ਗੱਲ ਕੀ ਵੀ ਕੈਪਟਨ ਸਾਹਿਬ ਨੂੰ ਜ਼ਿੰਮੇਵਾਰ ਠਹਿਰਾਉਣਾ ਸੀਗਾ। ਅਕਸਰ ਜੇ ਵੀ ਕੋਈ ਕਾਰਵਾਈ ਹੋਣੀ ਆ ਕਿਸੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਣੀ ਆ। ਕੈਪਟਨ ਸਾਹਿਬ ਨੇ ਕਿਹਾ ਹੀ ਆ ਵੀ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰਾ ਕੁਝ ਕਰ ਸਕਦਾ। ਸਿਸਟਮ ਉਸੇ ਤਰ੍ਹਾਂ ਹੀ ਜਿਹੜਾ ਚੱਲ ਰਿਹਾ ਸੀ ਉਵੇਂ ਹੀ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਚੱਲੀ ਜਾਣਾ। ਸਾਰੀਆਂ ਇਹ ਰਾਜਨੀਤੀ ਹੈ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ। ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ ਤੋਂ ਕੋਈ ਆਸ ਨਹੀਂ ਹੈਗੀ ਕਿਸੇ ਤਰ੍ਹਾਂ ਦੀ। ਇਹਨਾਂ ਨੇ ਉਸ ਤੋਂ ਬਾਅਦ ਕਮਿਸ਼ਨ ਬਣਾਇਆ, ਜਸਟਿਸ ਮਹਿਤਾਬ ਸਿੰਘ ਕਮਿਸ਼ਨ, ਕਿ ਅਕਾਲੀ ਸਰਕਾਰ ਦੇ ਵਿੱਚ ਜੇ ਕੋਈ ਝੂਠੇ ਪਰਚੇ ਦਰਜ ਹੈ ਉਹਦਾ ਅਸੀਂ ਉਹਨਾਂ ਨੂੰ ਜਾਂਚ ਕਰਕੇ ਕੈਂਸਲ ਕਰਾਂਗੇ। ਉਹਦੀਆਂ 5 ਰਿਪੋਰਟਾਂ ਆ ਚੁੱਕੀਆਂ ਨੇ। ਇੱਕ ਵੀ ਕੋਈ ਹਲਕੇ ਦਾਖੇ ਦਾ ਕੋਈ ਪਰਚਾ ਕੋਈ ਰਿਪੋਰਟ ਹੈ ਦਿਖਾ ਦੇਣ ਵੀ ਆਹ ਪਰਚਾ ਝੂਠਾ ਸੀਗਾ। ਇਹਨਾਂ ਦੇ ਕਮਿਸ਼ਨ ਤੇ ਇਹਨਾਂ ਨੇ ਬਣਾਇਆ ਨਾ ਸਰਕਾਰ। ਪੰਜਾਬ ਦੀ ਸਿਆਸਤ ਦੇ ਵਿੱਚ ਸਤੰਬਰ ਦਾ ਮਹੀਨਾ ਕਾਫੀ ਉਥਲ-ਪੁਥਲ ਵਾਲਾ ਰਿਹਾ ਵਾ ਤੇ ਪੰਜਾਬ ਵਜ਼ਾਰਤ ਦੇ ਵਿੱਚ ਵੱਡੇ ਫੇਰ ਬਦਲ ਇਸ ਮਹੀਨੇ ਦੇਖਣ ਨੂੰ ਮਿਲੇ ਨੇ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦੀ ਕਮਾਨ ਜਿਹੜੀ ਨਹੀਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਉਹਨਾਂ ਦੇ ਹੱਥ ਵਿੱਚ ਆਂਦੀ ਹੈ ਤੇ ਕੈਬਨਿਟ ਦੇ ਵਿੱਚ ਵੀ ਨਵੇਂ ਮੰਤਰੀਆਂ ਦੀ ਐਂਟਰੀ ਹੁੰਦੀ ਹੈ। ਜੇ ਦੂਜੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੀ ਮੁਹਿੰਮ 100 ਦਿਨ 100 ਹਲਕਾ ਗੱਲ ਪੰਜਾਬ ਦੀ ਉਸ ਨੂੰ ਰੋਕਣਾ ਪੈਂਦਾ ਵਾ ਕਿਸਾਨਾਂ ਦੇ ਵਿਰੋਧ ਤੋਂ ਬਾਅਦ। 2022 ਦੇ ਵਿੱਚ ਕਿਸ ਤਰ੍ਹਾਂ ਦੇ ਸਿਨੈਰੀਓ ਰਹਿਣਗੇ ਤੇ ਕਿਹੜੇ-ਕਿਹੜੇ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਜਨਤਾ ਦੇ ਵਿਚਕਾਰ ਜਾਵੇਗੀ, ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਲਕਾ ਦਾਖਾ ਤੋਂ ਐਮਐਲਏ ਮਨਪ੍ਰੀਤ ਸਿੰਘ ਅਯਾਲੀ। ਅਯਾਲੀ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਰ। ਅਯਾਲੀ ਸਾਹਿਬ, ਜਿਵੇਂ ਗੱਲ ਸ਼ੁਰੂਆਤ ਕੀਤੀ ਕਿ ਇਹ ਮਹੀਨਾ ਜਿਹੜਾ ਵਾ ਪੰਜਾਬ ਦੀ ਵਜ਼ਾਰਤ ਵਾਸਤੇ ਪੰਜਾਬ ਦੀ ਸਿਆਸਤ ਵਾਸਤੇ ਕਾਫੀ ਉਥਲ-ਪੁਥਲ ਵਾਲਾ ਰਿਹਾ ਤੇ ਵੱਡੇ ਫੇਰ ਬਦਲ ਦੇਖਣ ਨੂੰ ਮਿਲੇ ਨੇ। ਇਸ ਫੇਰ ਬਦਲ ਦੇ ਵਿੱਚ ਮੁੱਖ ਮੰਤਰੀ ਬਦਲਦਾ ਵਾ, ਨਵੀਂ ਕੈਬਨਿਟ ਆਉਂਦੀ ਹੈ। ਇਸ ਸਾਰੇ ਇਸ਼ੂਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ 4.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਾਂਗਰਸ ਦੀ। ਇਹ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ 17 ਦੇ ਵਿੱਚ ਵਾਅਦੇ ਕੀਤੇ ਸੀਗੇ ਲੋਕਾਂ ਦੇ ਨਾਲ ਕਿ ਅਸੀਂ ਹਰ ਵਰਗ ਨੂੰ ਇਹਨਾਂ ਨੇ ਕੋਈ ਨਾ ਕੋਈ ਵਾਅਦਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਸੀ ਤੁਹਾਡਾ ਸਾਰਾ ਕਰਜ਼ਾ ਮਾਫ ਕਰਾਂਗੇ, ਚਾਹੇ ਉਹ ਬੈਂਕ ਦਾ, ਆੜ੍ਹਤੀਏ ਦਾ ਹੈਗਾ ਜਾਂ ਸੁਸਾਇਟੀਆਂ ਦਾ ਵਾ। ਅਤੇ ਨੌਜਵਾਨਾਂ ਨੂੰ ਕਿਹਾ ਸੀ ਅਸੀਂ ਸਮਾਰਟਫੋਨ ਦੇਵਾਂਗੇ ਅਤੇ ਹਰ ਘਰ ਇੱਕ ਨੌਕਰੀ ਦੇਵਾਂਗੇ। ਉਸ ਤੋਂ ਬਿਨਾਂ 51,000 ਸ਼ਗਨ ਸਕੀਮ, 2500 ਪੈਨਸ਼ਨ ਅਤੇ ਇਸ ਤੋਂ ਬਿਨਾਂ ਚਾਹ ਪੱਤੀ ਖੰਡ ਕੇ ਉਹ ਦੇਣਾ ਹਰ ਇੱਕ ਨੂੰ। ਸੋ ਹੋਰ ਬਹੁਤ ਸਾਰੀਆਂ ਜਿਹੜੀ ਲੰਬੀ ਲਿਸਟ ਇਹਨਾਂ ਦੀ ਜਿਹੜੇ ਨੇ ਵਾਅਦੇ ਕੀਤੇ ਸੀ। ਅਤੇ ਲੇਕਿਨ 4.5 ਸਾਲ ਕੋਈ ਵਾਅਦਾ ਪੂਰਾ ਨਹੀਂ ਹੋਇਆ। ਪਤਾ ਸੀ ਵੀ ਸਰਕਾਰ ਫੇਲ ਹੋ ਰਹੀ ਹੈ ਪੂਰੀ ਤਰ੍ਹਾਂ। ਅਤੇ ਇਹਨਾਂ ਨੇ ਸਾਰਾ ਹੀ ਜੋ ਵੀ ਇਹਦੀਆਂ ਕਮੀਆਂ ਨੇ ਵੀ ਇਹ ਸਾਰੇ ਲਈ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾ ਕੇ ਉਹਨੂੰ ਪਾਸੇ ਕਰ ਦਿੱਤਾ। ਲੇਕਿਨ ਇਹ ਜੋ ਸਰਕਾਰ ਦੀ ਨਾਕਾਮੀ ਰਹੀ ਹੈ 4.5 ਸਾਲ ਦੀ, ਇਹਦੇ ਲਈ ਸਾਰੀ ਕਾਂਗਰਸ, ਚਾਹੇ ਕਾਂਗਰਸ ਦੀ ਹਾਈ ਕਮਾਂਡ ਆ, ਚਾਹੇ ਕਾਂਗਰਸ ਦੇ ਸਾਰੇ ਐਮਐਲਏ ਮੰਤਰੀ ਨੇ ਜਿਹੜੇ, ਇਹ ਸਾਰੇ ਜ਼ਿੰਮੇਵਾਰ ਨੇ। ਸੋ ਇਕੱਲੇ ਕੈਪਟਨ ਨੂੰ ਪਾਸੇ ਕਰਕੇ ਇਹ ਜਿਹੜੀ ਕਾਂਗਰਸ ਆ ਇਹ ਬਚ ਨਹੀਂ ਸਕਦੀ। ਸੋ ਇਸ ਲਈ ਲੋਕ ਬੜੇ ਦੁਖੀ ਰਹੇ ਨੇ 4.5 ਸਾਲ ਲਾਅ ਐਂਡ ਆਰਡਰ ਹੋਰ ਸਾਰੇ ਮਸਲਿਆਂ ਤੋਂ। ਪਹਿਲਾਂ ਵੀ ਇੱਦਾਂ ਹੀ ਕਰਦੇ ਆਏ ਨੇ ਇਹਨਾਂ ਨੇ। ਜਦੋਂ ਪਹਿਲਾਂ ਇਹਨਾਂ ਦੀ ਸਰਕਾਰ ਸੀ 2002 ਤੋਂ 7 ਤੱਕ, ਉਸ ਸਮੇਂ ਵੀ ਜੋ ਇਹਨਾਂ ਨੇ ਆਪਣੇ ਟਿਊਬਵੈੱਲ ਕਨੈਕਸ਼ਨ ਵੀ ਉਦੋਂ ਬਿੱਲ ਲਾਤੇ ਸੀਗੇ। ਅਖੀਰਲੇ 3 ਮਹੀਨੇ ਇਹਨਾਂ ਦੇ ਹੁੰਦੇ ਵੀ ਅਖੀਰਲੇ 3 ਮਹੀਨੇ ਦੇਖੋ ਲੋਕਾਂ ਨੂੰ ਕਿਵੇਂ ਭਰਮਾਇਆ ਜਾ ਸਕਦਾ। ਬੜੀ ਕਿਉਂਕਿ ਤੇਜ਼ ਇਹ ਜਮਾਤ ਹੈਗੀ ਆ, ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ। ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਜਾਣਦੇ ਨੇ। ਸੋ ਹੁਣ ਵੀ ਇਹਨਾਂ ਨੇ ਸਿਰਫ ਮਿਲਣਾ ਕਿਸੇ ਨੂੰ ਕੁਛ ਨਹੀਂ, ਕਿਸੇ ਨੂੰ ਕੁਛ ਨਹੀਂ ਮਿਲਣਾ, ਸਿਰਫ ਅਤੇ ਸਿਰਫ ਇੱਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਨੂੰ ਵੀ ਕਿਵੇਂ ਨਾ ਕਿਵੇਂ ਅਸੀਂ ਵੋਟਾਂ ਲੈ ਲਈਏ, ਬਸ ਉਹਦੇ 'ਤੇ ਰਾਜਨੀਤੀ ਹੋ ਰਹੀ ਆ। ਹੋਰ ਉਹੀ ਸਿਸਟਮ ਆ, ਉਹੀ ਐਮਐਲਏ, ਸਾਰਾ ਕੁਝ ਉਹੀ ਰਹਿਣਾ। ਸੋ ਬਦਲਣਾ ਕੁਛ ਨਹੀਂ ਹੈਗਾ, ਨਾ ਲੋਕਾਂ ਨੂੰ ਮਿਲਣਾ ਕੁਛ ਹੈ ਸਰਕਾਰ ਤੋਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਦਲਣਾ ਕੁਛ ਨਹੀਂ, ਨਾ ਲੋਕਾਂ ਨੂੰ ਮਿਲਣਾ ਕੁਛ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕੈਪਟਨ ਦੇ ਮੁੱਖ ਮੰਤਰੀ ਰਹਿੰਦੇ, ਕੈਪਟਨ ਦੇ ਐਮਐਲਏ, ਕੈਪਟਨ ਦੇ ਮੰਤਰੀ ਵੀ ਕਹਿੰਦੇ ਰਹੇ। ਉਹ ਕਹਿੰਦੇ ਕਿ ਕੈਪਟਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਇਸ ਕਰਕੇ ਹੁਣ ਜਿਹੜਾ ਹੈਗਾ ਮੁੱਖ ਮੰਤਰੀ ਨਵਾਂ ਬਦਲਿਆ ਵਾ ਅਤੇ ਹੁਣ ਵਾਅਦੇ ਪੂਰੇ ਹੋਣਗੇ। ਪਿਛਲੇ 1 ਹਫ਼ਤੇ ਤੋਂ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਖ-ਵੱਖ ਜਿਹੜੇ ਹੈਗੇ ਆ ਲਗਾਤਾਰ ਕੰਮ ਦੇ ਵਿੱਚ ਡਟੇ ਹੋਏ ਨੇ। ਉਸ ਨੂੰ ਪ੍ਰੋਜੈਕਟ ਵੀ ਕੀਤਾ ਜਾ ਰਿਹਾ ਕਿ ਹੁਣ ਜਿਹੜਾ ਮੁੱਖ ਮੰਤਰੀ ਆ ਇਹ 3 ਮਹੀਨਿਆਂ ਦੇ ਵਿੱਚ 100 ਦਿਨਾਂ ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਕਰੇਗਾ। ਦੇਖੋ ਜਿਹੜੇ ਕੰਮ ਹੁੰਦੇ ਨੇ ਟਾਈਮ ਲੱਗਦਾ ਵਾ, ਪਲੈਨਿੰਗ ਹੁੰਦੀ ਆ। ਉਹ ਦੇਖੋ ਪਿਛਲੀ ਸਰਕਾਰ ਹੀ ਅਕਾਲੀ ਦਲ ਦੀ, ਉਸ ਸਮੇਂ ਦੇ ਵਿੱਚ ਥਰਮਲ ਪਲਾਂਟ ਲੱਗੇ ਨੇ ਪੰਜਾਬ ਦੇ ਵਿੱਚ। ਕਿੰਨੇ ਜਿਹੜੇ ਆਪਣੇ 4 ਮਾਰਗੀ ਸੜਕਾਂ ਬਣੀਆਂ, 6 ਮਾਰਗੀ ਸੜਕਾਂ ਬਣੀਆਂ, ਅੰਡਰਪਾਸ ਬਣੇ, ਬਾਈਪਾਸ ਬਣੇ, ਫਲਾਈਓਵਰ ਬਣੇ, ਪਿੰਡਾਂ 'ਚ ਸ਼ਹਿਰਾਂ 'ਚ ਸਾਰੇ ਡਿਵੈਲਪਮੈਂਟ ਦੇ ਇਹਦੇ ਕੰਮ ਹੋਏ ਨੇ। ਸੋ ਇਹ ਕੋਈ ਪਲੈਨਿੰਗ ਦੇ ਨਾਲ ਕੰਮ ਹੋਏ ਨੇ। ਹੁਣ ਇਹਨਾਂ ਕੋਲੇ ਅੱਜ 90 ਦਿਨ ਨੇ, ਹਜੇ ਮਹਿਕਮੇ ਹਜੇ ਇਹਨਾਂ ਨੇ ਵੰਡਣੇ ਨੇ, ਹਜੇ ਅੱਜ ਵੰਡਦੇ ਆ, ਕੱਲ੍ਹ ਵੰਡਦੇ ਆ। ਉਸ ਤੋਂ ਬਾਅਦ ਹਜੇ ਤਾਂ ਇਹਨਾਂ ਦਾ ਜਿਹੜਾ ਉਹ ਇੱਕ ਤਰ੍ਹਾਂ ਦਾ ਹਨੀਮੂਨ ਪੀਰੀਅਡ ਹੀ ਲੰਘਿਆ ਹੋਣਾ 15-20 ਦਿਨ। ਤਾਂ ਦਿਨ ਕਿਹੜੇ ਰਹਿ ਗਏ ਨੇ ਉਹ ਕੰਮ ਕਰਨ ਦੇ ਲਈ। ਸੋ ਇਹ ਤਾਂ ਸਿਰਫ ਲਾਰੇ ਹੀ ਲਾ ਸਕਦੇ ਆ।
ਕਰਕੇ ਦਿਖਾ ਕੁਝ ਨਹੀਂ ਹੋਣਾ, ਮਿਲਣਾ ਲੋਕਾਂ ਨੂੰ ਕੁਝ ਨਹੀਂ। ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਉਹ 5 ਸਾਲ ਲੋਕਾਂ ਨੂੰ ਦੇਣ ਨੂੰ ਕੀਤੇ ਸੀਗੇ, 25 ਜਾਂ 40 ਦਿਨ ਲਈ ਨਹੀਂ ਕੀਤੇ ਸੀ ਇਹਨਾਂ ਨੇ। ਉਹ 5 ਸਾਲ ਜਿਹੜਾ ਪਿਛਲਾ ਉਹ ਕੀ ਕਰਨਗੇ ਹੁਣ? ਜਿਹੜਾ ਟਾਈਮ ਲੰਘ ਗਿਆ ਪੌਣੇ 5 ਸਾਲ ਦਾ, ਉਹ ਜਿਹੜੇ ਵਾਅਦੇ ਦਾ ਪੂਰੇ 5 ਸਾਲ ਕਰ ਰਹੇ ਸੀਗੇ, ਹੁਣ ਤੋਂ ਆਹ ਜਿਹੜੇ 50-60 ਦਿਨ ਰਹਿ ਜਾਣੇ ਇਹਨਾਂ ਕੋਲੇ, ਕੰਮ ਕਰ ਇੰਨੇ ਕੀ ਰਹਿ ਜਾਣੇ ਆ ਮਸਾਂ, ਤੇ ਉਹਦੇ ਵਿੱਚ ਕੀ ਕਰਨਗੇ? ਕੁਝ ਨਹੀਂ ਹੋਣਾ ਇਹਨਾਂ ਤੋਂ। ਤੁਹਾਡੇ ਤੇ ਵੀ ਵੱਡੇ ਐਲੀਗੇਸ਼ਨ ਲੱਗਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੀ ਨਾਲ ਨਜ਼ਦੀਕੀਆਂ ਨੂੰ ਲੈ ਕੇ। ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਨੇ ਖੁਦ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਨਾਲ ਰਲੇ ਹੋਏ ਨੇ। ਉਹਨਾਂ ਦੀ ਜਿਹੜੀ ਮੁੱਖ ਮੰਤਰੀ ਦੀ ਜਿਹੜਾ ਅਹੁਦਾ ਛੱਡਣ ਦੇ ਪਿੱਛੇ ਇਸ ਨੂੰ ਵੀ ਵੱਡਾ ਕਾਰਨ ਮੰਨਿਆ ਜਾਂਦਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਕਾਂਗਰਸ ਦੇ ਬੰਦੇ ਆਪਣੇ ਹੀ ਮੁੱਖ ਮੰਤਰੀ ਦੇ ਉੱਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਗਾਉਂਦੇ ਨੇ? ਕਿਉਂਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ, ਕੋਟਕਪੂਰਾ ਬਾਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਆ, ਉਸ ਤਰ੍ਹਾਂ ਦੇ ਆਰੋਪ ਜਿਹੜੇ ਨੇ ਜਿੱਥੇ ਕੈਪਟਨ ਦੇ ਉੱਤੇ ਲੱਗਦੇ ਰਹੇ ਨੇ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਮਿਲੀ ਭਗਤ ਦੇ ਲੱਗਦੇ ਰਹੇ ਨੇ। ਦੇਖੋ, ਜਿਹੜੀ ਸਾਡੀ ਵਿਰੋਧੀ ਕਾਂਗਰਸ ਪਾਰਟੀ ਆ, ਕੈਪਟਨ ਮੁੱਖ ਮੰਤਰੀ ਰਹੇ ਨੇ, ਸੋ ਇਹਨਾਂ ਦੇ ਕੋਲੇ ਹੈ ਹੀ ਕੁਛ ਨਹੀਂ, ਕੋਈ ਸਬੂਤ ਹੀ ਹੈ ਨਹੀਂ, ਕੋਈ ਪ੍ਰੂਫ ਹੀ ਹੈ ਨਹੀਂ। ਚਲੋ ਹੁਣ ਤਾਂ ਕੈਪਟਨ ਸਾਹਿਬ ਲੈ ਗਏ, ਹੁਣ ਇਹ ਕਰ ਲੈਣ ਜਿਹੜੇ ਰਹਿ ਗਏ 90 ਦਿਨਾਂ ਦੇ ਵਿੱਚ ਜਿਹੜੀ ਕਾਰਵਾਈ ਕਰਨੀ ਹੈ, ਜਿਹੜੇ ਮਸਲਿਆਂ ਤੇ ਕਰਨੀ ਹੈ। ਜੇ ਕਿਤੇ ਅਕਾਲੀ ਦਲ ਦਾ ਕੋਈ ਲੀਡਰ ਕਿਸੇ ਵੀ ਕੰਮ ਦੇ ਵਿੱਚ ਦੋਸ਼ੀ ਆ, ਚਾਹੇ ਉਹ ਬੇਅਦਬੀ ਦਾ ਮਸਲਾ ਵਾ, ਚਾਹੇ ਹੋਰ ਕੋਈ ਮਸਲੇ ਪੰਜਾਬ ਦੇ ਹੈਗੇ ਨੇ, ਤਾਂ ਉਹਦੇ 'ਤੇ ਕਾਰਵਾਈ ਕਰਕੇ ਸਾਹਮਣੇ ਲਿਆਉਣ ਵੀ ਆਹ ਕਸੂਰਵਾਰ ਸੀਗੇ, ਲੋਕਾਂ ਨੂੰ ਪਤਾ ਲੱਗ ਜਾਵੇ, ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ। ਸੋ ਗੱਲ ਕੀ ਵੀ ਜਦੋਂ ਆਪਣੀਆਂ ਨਾਕਾਮੀਆਂ ਸੀਗੀਆਂ, ਗੱਲ ਕੀ ਵੀ ਕੈਪਟਨ ਸਾਹਿਬ ਨੂੰ ਜ਼ਿੰਮੇਵਾਰ ਠਹਿਰਾਉਣਾ ਸੀਗਾ। ਅਕਸਰ ਜੇ ਵੀ ਕੋਈ ਕਾਰਵਾਈ ਹੋਣੀ ਆ, ਕਿਸੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਣੀ ਆ। ਕੈਪਟਨ ਸਾਹਿਬ ਨੇ ਕਿਹਾ ਹੀ ਆ ਵੀ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰਾ ਕੁਝ ਕਰ ਸਕਦਾ। ਸੋ ਇਸ ਲਈ ਇਹ ਦੋਸ਼ੀ ਹੈਗੇ ਆ। ਮੈਂ ਇਹ ਗੱਲ ਕਹਿਣਾ ਵੀ ਬਖਸ਼ੇ ਨਹੀਂ ਜਾਣਾ ਚਾਹੀਦਾ ਕਿਸੇ ਵੀ ਕੰਮ ਦੇ ਵਿੱਚ। ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ, ਚਾਹੇ ਕੋਈ ਕਿਸੇ ਵੀ ਪਾਰਟੀ ਦਾ ਲੀਡਰ ਹੈਗਾ, ਚਾਹੇ ਬੇਅਦਬੀ ਦੇ ਮਸਲੇ ਦੇ ਵਿੱਚ ਜੋ ਵੀ ਦੋਸ਼ੀ ਹੈਗਾ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਅਸੀਂ ਆਪ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ। ਸੋ ਇਸ ਲਈ ਪਰ ਰਾਜਨੀਤੀ ਨਹੀਂ ਹੋਣੀ ਚਾਹੀਦੀ। ਗੱਲ ਤਾਂ ਵੀ ਰਾਜਨੀਤੀ ਹੋਈ ਆ ਤੇ ਹੋ ਰਹੀ ਆ, ਅਗਾਂਹ ਵੀ ਹੀ ਹੋਣੀ ਹੈ। ਨਵੀਂ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਨਵੇਂ ਮੰਤਰੀਆਂ ਨੇ ਇੱਕ ਵਾਰੀ ਫਿਰ ਜਿਹੜਾ ਹੈਗਾ ਦੁਹਰਾਇਆ ਕਿ ਹੁਣ ਇਨਸਾਫ ਮਿਲੇਗਾ, ਜਿਹੜਾ ਇਨਸਾਫ ਪਿਛਲੇ ਲੰਬੇ ਸਮੇਂ ਤੋਂ ਨਾ ਅਕਾਲੀ ਗੌਰਮੈਂਟ ਦੇ ਵਿੱਚ ਮਿਲਿਆ, ਨਾ ਕਾਂਗਰਸ ਦੀ 4.5 ਸਾਲ ਦੀ ਗੌਰਮੈਂਟ ਵਿੱਚ ਮਿਲਿਆ। ਹੁਣ ਜਿਹੜੇ ਆ ਦੋਸ਼ੀ ਫੜੇ ਜਾਣਗੇ। ਕਿਸ ਤਰ੍ਹਾਂ ਦੇਖਦੇ ਹੋ ਜਦੋਂ ਹੁਣ 100 ਦਿਨ ਦੀ ਵਜ਼ਾਰਤ ਰਹਿ ਗਈ ਹੈ ਤੇ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਨੇ? ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਪਿੱਛੇ ਕੀ ਰਾਜਨੀਤੀ ਵੀ ਹੋ ਸਕਦੀ ਹੈ, ਜਾਂ ਇਹ ਸਿੱਧਾ ਇਨਸਾਫ ਦਿਵਾਉਣ ਵਾਸਤੇ ਬਿਆਨ ਦਿੱਤੇ ਜਾ ਰਹੇ? ਦੇਖੋ, ਮਿਲਣਾ ਪਤਾ ਨਹੀਂ ਕਿਸੇ ਨੂੰ ਕੁਰਸੀਆਂ ਮਿਲ ਗਈਆਂ ਜਿਹਨੂੰ ਮਿਲਣੀਆਂ ਸੀਗੀਆਂ, ਬਸ ਉਹ ਕੁਰਸੀਆਂ ਮਿਲ ਗਈਆਂ। ਇਹ ਆਪਣੇ ਜਿਹੜੇ ਉਹਦੇ ਚਾਅ ਪੂਰੇ ਕਰ ਲੈਣਗੇ 3 ਮਹੀਨੇ ਦੇ ਵਿੱਚ। ਇਸ ਲਈ ਸਿਸਟਮ ਉਸੇ ਤਰ੍ਹਾਂ ਹੀ ਜਿਹੜਾ ਚੱਲ ਰਿਹਾ ਸੀ ਉਵੇਂ ਹੀ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਚੱਲੀ ਜਾਣਾ। ਸਾਰੀਆਂ ਇਹ ਰਾਜਨੀਤੀ ਹੈ, ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ, ਵੋਟਾਂ ਲੈਣ ਦੇ ਲਈ ਸਾਰੀ ਇਹ ਗੇਮ ਖੇਡੀ ਜਾ ਰਹੀ ਹੈ ਕਾਂਗਰਸ ਵੱਲੋਂ। ਹੋਰ ਇੱਥੇ ਕੁਝ ਨਹੀਂ ਹੈਗਾ ਜਿਹੜਾ ਇਹ ਪੌਣੇ 5 ਸਾਲ ਦੇ ਵਿੱਚ ਨਹੀਂ ਕਰ ਸਕੇ, ਉਹ 3 ਮਹੀਨੇ ਦੇ ਵਿੱਚ ਕੀ ਕਰ ਦੇਣਗੇ। ਇਹੀ ਮੰਤਰੀ ਸੀਗੇ, ਇਹੀ MLA ਸੀਗੇ ਸਾਰੇ, ਇਹੀ ਹਾਈ ਕਮਾਂਡ ਸੀ ਇਹਨਾਂ ਦੀ, ਉਹ ਸਾਰਾ ਉਹੀ ਸਿਸਟਮ ਹੈਗਾ ਸਾਰਾ। ਸੋ ਲੇਕਿਨ ਫਿਰ ਵੀ ਸਾਹਮਣੇ ਆ ਜਾਣਾ, ਬਾਕੀ 90 ਦਿਨਾਂ ਦੇ ਵਿੱਚ ਕੀ ਹੁੰਦਾ ਤੁਹਾਡੇ ਸਾਹਮਣੇ ਆ ਜਾਣਾ। ਆਪਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਹੀ ਆ। ਤੇ ਲੇਕਿਨ ਮੈਨੂੰ ਇਹਨਾਂ ਤੋਂ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ ਤੋਂ ਕੋਈ ਆਸ ਨਹੀਂ ਹੈਗੀ ਕਿਸੇ ਤਰ੍ਹਾਂ ਦੀ। ਜੀ ਬਿਲਕੁਲ, ਕਾਂਗਰਸ ਤੋਂ ਕੋਈ ਆਸ ਨਹੀਂ ਹੈ, ਇਹ ਤਾਂ ਤੁਸੀਂ ਕਹਿ ਰਹੇ ਹੋ। ਪਰ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿਹੜੀ ਹੈਗੀ ਉਹਨਾਂ ਨੇ ਮੁਹਿੰਮ ਛੇੜੀ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ, ਠੀਕ 100 ਦਿਨ 100 ਹਲਕਾ ਗੱਲ ਪੰਜਾਬ ਦੀ। ਉਸ ਦੇ ਵਿੱਚ ਕਾਫੀ ਵੱਡਾ ਝਟਕਾ ਕਿਸਾਨਾਂ ਵੱਲੋਂ ਦਿੱਤਾ ਗਿਆ ਤੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਇਹ ਮੁਹਿੰਮ ਹੁਣ ਬੰਦ ਹੁੰਦੀ ਨਜ਼ਰ ਆ ਰਹੀ ਹੈ। ਕੀ ਕਾਰਨ ਲੱਗਦਾ ਵਾ? ਤੁਸੀਂ ਖੁਦ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਹੋ, ਖੁਦ ਤੁਹਾਡੀਆਂ ਵੀਡੀਓ ਕਈ ਵਾਰ ਸਾਹਮਣੇ ਆਉਂਦੀਆਂ ਜਦੋਂ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਆ, ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ, ਨਵੇਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਵੀ ਨਜ਼ਰ ਆਉਂਦੇ ਹੋ। ਪਰ ਇਹ ਸਾਰਾ ਮੁੱਦਾ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਏ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਹੈ? ਦੇਖੋ, ਆ ਜਿਹੜੇ 3 ਕਾਨੂੰਨ ਪਾਸ ਕੀਤੇ ਆ ਕੇਂਦਰ ਦੀ ਸਰਕਾਰ ਨੇ, ਇਹ ਸਾਡੇ ਕਿਸਾਨ ਵਿਰੋਧੀ ਨੇ। ਇਸੇ ਕਰਕੇ ਹੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਅਲਾਇੰਸ ਤੋੜਿਆ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ ਕੇਂਦਰੀ ਵਜ਼ਾਰਤ ਤੋਂ, ਉਹ ਅਸੀਂ ਜਿਹੜੀ ਕਿਸਾਨਾਂ ਦੇ ਨਾਲ ਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆ। ਮੈਂ ਤਾਂ ਆਪ ਅਸੀਂ ਖੇਤੀ ਨਾਲ ਜੁੜੇ ਹੋਏ ਹਾਂ, ਇਮੋਸ਼ਨਲੀ ਅਟੈਚ ਹੈਗੇ ਆ। ਸੋ ਇਸ ਲਈ ਅਸੀਂ ਇਹ ਜਿਹੜਾ ਅੰਦੋਲਨ 1 ਸਾਲ ਤੋਂ ਚੱਲ ਰਿਹਾ, ਜਿਹਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨਾਂ ਦੀ ਜਾਨਾਂ ਗਈਆਂ ਨੇ, ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਜਿਹੜੀਆਂ ਹੈਗੀਆਂ ਇਗਨੋਰ ਨਹੀਂ ਕਰ ਸਕਦੇ, ਅੱਖੋਂ ਪਰੋਖੇ ਨਹੀਂ ਕਰ ਸਕਦੇ। ਅਸੀਂ ਉਹਨਾਂ ਦੇ ਨਾਲ ਜੋ ਜਿਵੇਂ ਕਿਸਾਨ ਚਾਹੁੰਦਾ ਵਾ ਉਸੇ ਹਿਸਾਬ ਦੇ ਨਾਲ ਹੀ ਜਿਹੜੀ ਰਣਨੀਤੀ ਹੈਗੀ ਆ ਉਹ ਉਡੀਕੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਕਿਉਂਕਿ ਕਿਸਾਨਾਂ ਦੀ ਪਾਰਟੀ ਆ। ਸੋ ਅਸੀਂ ਜੇ ਉਹ ਕਿਸਾਨ ਚਾਹੁੰਦੇ ਡਿਲੇ ਕਰਨ, ਅਸੀਂ ਉਹਨੂੰ ਡਿਲੇ ਵੀ ਕੀਤਾ ਵੀ ਉਹ 'ਚ ਨਾ ਕਈ ਵਾਰ ਟਕਰਾਅ ਅਸੀਂ ਨਹੀਂ ਚਾਹੁੰਦੇ ਕਿਸਾਨਾਂ ਦੇ ਨਾਲ। ਸਭ ਤੋਂ ਵੱਡੀ ਗੱਲ ਆ ਸਾਡੇ ਪਰਿਵਾਰ ਦੇ ਮੈਂਬਰ ਨੇ, ਸਾਡੇ ਭਰਾ ਨੇ, ਉਹ ਕਿਸੇ ਤਰ੍ਹਾਂ ਦਾ ਠੀਕ ਹੈ ਵਿੱਚ ਕੋਈ ਸ਼ਰਾਰਤੀ ਅੰਸਰ ਵੀ ਹੁੰਦੇ ਨੇ, ਲੇਕਿਨ ਇਹ ਜਿਹੜੇ ਟਕਰਾਅ ਦੇ ਵਿੱਚ ਕਈ ਵਾਰ ਨੁਕਸਾਨ ਹੋ ਜਾਂਦੇ ਨੇ। ਸੋ ਇਸੇ ਕਰਕੇ ਹੀ ਇਹਨੂੰ ਪ੍ਰੋਗਰਾਮ ਸਾਰੇ ਡਿਲੇ ਕੀਤੇ ਗਏ ਆ ਕਿ ਅਸੀਂ
ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਦੀ ਸਲਾਹ ਦੇ ਨਾਲ ਹੀ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਲਿਖਾਂਗੇ, ਕਿਉਂਕਿ ਕਿਸਾਨ ਸਾਡੀ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ। ਹਮੇਸ਼ਾ ਅਕਾਲੀ ਦਲ ਨੇ ਕਿਸਾਨਾਂ ਦੀ ਲੜਾਈ ਲੜੀ ਆ। ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਵੀ ਕਿਹਾ ਜਾਂਦਾ। ਸੋ ਇਸ ਲਈ ਅਸੀਂ ਉਹਨਾਂ ਦੇ ਨਾਲ ਕੋਈ ਟਕਰਾਅ ਨਹੀਂ, ਉਹਨਾਂ ਨੂੰ ਭਰੋਸੇ 'ਚ ਲੈ ਕੇ ਜਿਹੜੀ ਅਗਲੀ ਰਣਨੀਤੀ ਬਣਾਵਾਂਗੇ ਸਾਰੀ। ਜੀ ਬਿਲਕੁਲ, ਕਿਸਾਨਾਂ ਨਾਲ ਕੋਈ ਟਕਰਾਅ ਨਹੀਂ, ਪਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਮੰਨੋਗੇ ਕਿ ਕੁਝ ਕਮੀਆਂ ਜ਼ਰੂਰ ਰਹਿ ਗਈਆਂ ਕਿ ਕਿਸਾਨਾਂ ਦੇ ਨਾਲ ਜਿਹੜਾ ਸਲਾਹ ਮਸ਼ਵਰਾ ਨਹੀਂ ਹੋ ਪਾਇਆ, ਜਾਂ ਕਿਸਾਨਾਂ ਨੂੰ ਜਿਹੜਾ ਹੈਗਾ ਆਪਣਾ ਜਿਹੜਾ ਸਟ੍ਰੈਟਜੀ ਸੀਗੀ ਉਹ ਨਹੀਂ ਤੁਸੀਂ ਸਮਝਾ ਪਾਏ, ਜਾਂ ਤੁਹਾਡੇ ਤੇ ਜਿਹੜੇ ਆਰੋਪ ਲੱਗਦੇ ਰਹੇ ਨੇ ਕਿ ਤੁਸੀਂ ਇਹ ਖੇਤੀ ਸੁਧਾਰ ਕਾਨੂੰਨ ਬਣਾਉਣ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਹਿਲਾਂ ਇਸ ਦੇ ਸਮਰਥਨ ਦੇ ਵਿੱਚ ਤੁਸੀਂ ਬਿਆਨ ਦਿੰਦੇ ਰਹੇ ਹੋ, ਬਾਅਦ 'ਚੋਂ ਵਜ਼ਾਰਤ ਤੋਂ ਭਾਵੇਂ ਅਸਤੀਫੇ ਦੇ ਕੇ ਬਾਹਰ ਨਿਕਲੇ ਹੋ, ਪਰ ਪਹਿਲਾਂ ਜਿਹੜਾ ਬਣਾਉਣ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਬਹੁਤ ਵੱਡਾ ਰੋਲ ਰਿਹਾ ਵਾ। ਵਿਰੋਧੀ ਪਾਰਟੀਆਂ ਤੁਹਾਡੇ ਤੇ ਵੱਡੇ ਐਲੀਗੇਸ਼ਨ ਲਾਉਂਦੀਆਂ ਰਹੀਆਂ, ਕਿਤੇ ਨਾ ਕਿਤੇ ਕਮੀਆਂ ਜ਼ਰੂਰ ਰਹੀਆਂ ਜਿਹੜੀ ਕਿਸਾਨਾਂ ਤੋਂ ਤੁਹਾਨੂੰ ਦੂਰ ਕਰਦੀਆਂ ਨਜ਼ਰ ਆ ਰਹੀਆਂ। ਦੇਖੋ, ਮੈਂ ਕਿਸਾਨ ਹੋਣ ਦੇ ਨਾਤੇ ਜਦੋਂ ਵੀ ਇਹ ਬਿੱਲ ਆਏ ਨੇ ਪਹਿਲੇ ਦਿਨ ਤੋਂ ਹੀ ਵਿਰੋਧ ਸ਼ੁਰੂ ਕਰ ਦਿੱਤਾ ਸੀ ਇਹਨਾਂ ਦਾ। ਜਦੋਂ ਬਿੱਲ ਹੀ ਆਏ ਨੇ ਜੀ, ਬਾਅਦ 'ਚ ਕਾਨੂੰਨ ਬਣੇ, ਤੇ ਉਸ ਟਾਈਮ ਤੋਂ ਅਸੀਂ ਵਿਰੋਧ ਕਰ ਰਹੇ ਸੀ, ਤੇ ਅਸੀਂ ਪਾਰਟੀ ਨਾਲ ਵੀ ਜਦ ਇਹ ਧਿਆਨ ਦੇ ਵਿੱਚ ਮਸਲਾ ਲਿਆ ਦਿੱਤਾ ਸੀਗਾ। ਠੀਕ ਆ, ਪੁਰਾਣੀ ਸਾਂਝ ਸੀ ਚੱਲੇ ਆਉਂਦੀ ਸੀਗੀ, ਇਹਨਾਂ ਨੂੰ ਇਹ ਸੀ ਵੀ ਸ਼ਾਇਦ ਅਸੀਂ ਮਨਾ ਲਵਾਂਗੇ। ਕਿਸਾਨਾਂ ਨਾਲ ਮੀਟਿੰਗਾਂ ਵੀ ਹੋਈਆਂ, ਜੋ ਵੀ ਉਹਦੇ ਵਿੱਚ ਕਾਨੂੰਨ ਸੀਗੇ ਸਾਰੇ ਉਹਦੇ ਬਾਰੇ ਮੀਟਿੰਗਾਂ ਹੀ ਹੋਈਆਂ, ਤੇ ਪਾਰਟੀ ਹਾਈਕਮਾਂਡ ਨੂੰ ਇਸ ਵੀ ਅਸੀਂ ਹੋ ਸਕਦਾ ਵੀ ਦਬਾਅ ਬਣਾ ਕੇ ਇਹਨੂੰ ਪਾਸ ਨਹੀਂ ਹੋਣ ਦੇਵਾਂਗੇ। ਲੇਕਿਨ ਜਦੋਂ ਉਹਨਾਂ ਨੇ ਅਗੇਂਸਟ ਜਾ ਕੇ ਸਟੈਂਡ ਲਿਆ ਤਾਂ ਉਸ ਤੋਂ ਬਾਅਦ ਇਹ ਪਾਰਟੀ ਨੇ ਜਿਹੜਾ ਉਹਨਾਂ ਦਾ ਸਾਥ ਛੱਡਿਆ ਤੇ ਅਸਤੀਫਾ ਦਿੱਤਾ। ਠੀਕ ਆ, ਇਮੋਸ਼ਨਲੀ ਜਦੋਂ ਇੱਦਾਂ ਦੇ ਕਈ ਵਾਰ ਇਸ਼ੂਜ਼ ਆ ਜਾਂਦੇ ਨੇ, ਲੋਕ ਇਮੋਸ਼ਨਲੀ ਵੀ ਫੈਸਲੇ ਲੈ ਲੈਂਦੇ ਨੇ। ਅੱਜ ਕਿਸਾਨ ਆ ਜਿਹੜਾ ਉਹਨਾਂ ਦਾ ਗੁੱਸਾ ਵੀ ਆ, ਸੋ ਉਹ ਜਾਇਜ਼ ਵੀ ਆ ਕਿਸੇ ਗੱਲ ਤੱਕ, ਲੇਕਿਨ ਹੌਲੀ ਹੌਲੀ ਇਹ ਸਾਰੇ ਮਸਲੇ ਜਿਹੜੇ ਹੱਲ ਹੋ ਜਾਣਗੇ। ਜਿਹੜਾ ਕਿਸਾਨ ਅਕਾਲੀ ਦਲ ਨਾਲ ਜੁੜਿਆ, ਅਕਾਲੀ ਦਲ ਨਾਲ ਜੁੜਿਆ ਰਹੂਗਾ। ਤੇ ਲੇਕਿਨ ਇਹ ਜਿਹੜਾ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੇਵਾਂਗੇ। ਜੇ ਬਿਲਕੁਲ ਗੱਲ ਕਰੀਏ ਜਾਵੇ ਤਾਂ ਤੁਹਾਡੇ ਹਲਕਾ ਦਾਖਾ ਦੀ, ਤਾਂ ਹਲਕਾ ਦਾਖਾ ਦੇ ਵਿੱਚ ਵੀ ਜਿਹੜੇ ਹੈਗੇ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰਦੇ ਰਹੇ, ਪਰ ਆਰੋਪ ਲੱਗਦੇ ਰਹੇ ਆ। ਪਰ ਜਿਹੜੇ ਤੁਹਾਡੇ ਵਿਰੋਧੀ ਕੈਂਡੀਡੇਟ ਸੀਗੇ ਕੈਪਟਨ ਸੰਦੀਪ ਸੰਧੂ, ਉਹਨਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਇਆਲੀ ਦੇ ਜਿਹੜੇ ਬਿਆਨ ਨੇ ਨਿਰਾਧਾਰ ਨੇ, ਜਿਹੜੇ ਤੁਸੀਂ ਉਹਨਾਂ ਦੇ ਵਿਰੋਧ ਦਿੱਤੇ ਕਿ ਤੁਸੀਂ ਉਹਨਾਂ ਦੇ ਆਰੋਪ ਲਾਏ ਕਿ ਜਿਹੜੇ ਹੈਗਾ ਵੰਡੈਟਾ ਪੋਲਿਟਿਕਸ ਚੱਲ ਰਹੀ ਹੈ, ਤੁਹਾਡੇ ਵਰਕਰਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਜਦੋਂ ਅਸੀਂ ਇਸ ਸੰਬੰਧੀ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਠੀਕ ਹੈ, 2007 ਤੋਂ ਲੈ ਕੇ 2017 ਦੇ ਵਿੱਚ ਹੋਏ ਪਰਚਿਆਂ ਦਾ ਵੇਰਵਾ ਲੈ ਕੇ ਬੈਠਿਆ ਮਨਪ੍ਰੀਤ ਇਆਲੀ। ਮੈਂ 2019 ਤੋਂ ਲੈ ਕੇ 2021 ਦੇ ਵਿੱਚ ਹੋਏ ਪਰਚਿਆਂ ਦਾ ਫੈਸਲਾ ਲੈ ਕੇ ਬੈਠਦਾ, ਤੇ ਜਨਤਾ ਫੈਸਲਾ ਕਰੇਗੀ 2022 ਦੇ ਵਿੱਚ ਕੌਣ ਸੱਚਾ ਤੇ ਕੌਣ ਝੂਠ। ਜਨਤਾ ਨੇ ਫੈਸਲਾ ਕਰ ਦਿੱਤਾ, 19 ਦੇ ਵਿੱਚ ਹੀ ਕਰ ਦਿੱਤਾ। 19 ਦੇ ਵਿੱਚ ਇੱਕ ਪਾਸੇ ਸਾਰੀ ਸਰਕਾਰ ਸੀਗੀ, ਸਾਰਾ ਮੰਤਰੀ ਮੰਡਲ ਸੀ, ਸਾਰੇ MLA ਸੀ, ਸਾਰਾ ਪ੍ਰਸ਼ਾਸਨ ਸੀ, ਸਾਰੀ ਪੁਲਿਸ ਸੀਗੀ। ਦੇਖੋ, ਜਿਹੜੀ ਪਰਚਿਆਂ ਦੀ ਗੱਲ ਹੈਗੀ ਆ, 10 ਸਾਲ ਸਰਕਾਰ ਹੀ ਹੈ ਸਾਡੀ। ਇਹਨਾਂ ਨੇ ਉਸ ਤੋਂ ਬਾਅਦ ਕਮਿਸ਼ਨ ਬਣਾਇਆ, ਜਸਟਿਸ ਮਹਿਤਾਬ ਸਿੰਘ ਕਮਿਸ਼ਨ, ਕਿ ਅਕਾਲੀ ਸਰਕਾਰ ਦੇ ਵਿੱਚ ਜੇ ਝੂਠੇ ਪਰਚੇ ਦਰਜ ਹੈ ਉਹਦਾ ਅਸੀਂ ਉਹਨਾਂ ਨੂੰ ਜਾਂਚ ਕਰਕੇ ਕੈਂਸਲ ਕਰਾਂਗੇ। ਉਹਦੀਆਂ 5 ਰਿਪੋਰਟਾਂ ਆ ਚੁੱਕੀਆਂ ਨੇ। ਇੱਕ ਵੀ ਕੋਈ ਹਲਕੇ ਦਾਖੇ ਦਾ ਕੋਈ ਪਰਚਾ, ਕੋਈ ਰਿਪੋਰਟ ਹੈ ਦਿਖਾ ਦੇਣ ਵੀ ਆਹ ਪਰਚਾ ਝੂਠਾ ਸੀਗਾ। ਇਹਨਾਂ ਦੇ ਕਮਿਸ਼ਨ ਤੇ ਇਹਨਾਂ ਨੇ ਬਣਾਇਆ ਨਾ ਸਰਕਾਰ। ਹੁਣ 4.5 ਸਾਲ ਮਤਲਬ ਮਹੀਨੇ 3 ਰਹਿ ਗਏ ਨੇ, ਤੇ ਲੇਕਿਨ ਜਿਹੜੇ ਇਹਨਾਂ ਨੇ 2 ਸਾਲਾਂ ਦੇ ਵਿੱਚ ਕੀਤੇ ਨੇ ਉਹ ਮੈਂ ਹੁਣੇ ਕੱਲ੍ਹ ਪਰਸੋਂ ਹੀ ਹਜੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ। ਸੋਹੀਆਂ ਪਿੰਡ 'ਚ ਕਤਲ ਦਾ ਪਰਚਾ ਦੇ ਦਾਂਗੇ ਵਰਕਰਾਂ 'ਤੇ, ਵੀ ਕੁੱਟਮਾਰ ਕਰਕੇ ਬੰਦੇ ਡੈਥ ਹੋਈ ਆ, ਤੇ ਹੁਣ ਬੰਦਿਆਂ ਦੀ ਹਾਈ ਕੋਰਟ ਨੇ ਬੇਲ ਲਈ ਆ, ਕਿਉਂਕਿ ਵਿਸਰਾ ਰਿਪੋਰਟ ਆਈ ਆ ਹੁਣ ਵੀ ਨੈਚੁਰਲ ਡੈਥ, ਉਹਦੇ 'ਤੇ ਇਹਨਾਂ ਨੇ ਪਰਚਾ ਦਰਜ ਕਰਵਾਇਆ ਕਤਲ ਦਾ 304 ਲਾ ਕੇ। ਇਸੇ ਤਰ੍ਹਾਂ ਹੋਰ ਸਾਡੇ ਬਹੁਤ ਮਸਲੇ ਨੇ। ਈਸੇਵਾਲ ਦੇ ਸਰਪੰਚ ਦੇ ਉੱਪਰ ਮਸਲਾ ਵਾ, ਪਰਚਾ ਦਰਜ ਕੀਤਾ ਗਿਆ। ਸਰਾਭੇ ਪਰਚਾ ਦਰਜ ਕੀਤਾ ਗਿਆ। ਈਵਨ ਇੱਕ ਪ੍ਰਵਾਸੀ ਮਜ਼ਦੂਰ ਔਰਤ ਵੱਲੋਂ ਸਾਡੇ ਬੰਦਿਆਂ 'ਤੇ ਰੇਪ ਦਾ ਪਰਚਾ ਦਰਜ ਕਰਾ ਦਿੱਤਾ ਗਿਆ, ਛੇੜਛਾੜ ਦਾ, ਸਹੌਲੀ ਪਿੰਡ ਦੇ ਵਿੱਚ। ਸੋ ਇਸ ਤਰ੍ਹਾਂ ਦੀ ਬਹੁਤ ਲੰਬੀ ਲਿਸਟ ਹੈਗੀ ਆ। ਕੋਈ ਟਾਈਮ ਜਿਹੜੇ ਆਉਣਗੇ ਕੱਲਾ ਦਿਖਾਵਾਂਗੇ, ਕੱਲੇ ਨਾਲ ਸਬੂਤ ਪੇਸ਼ ਕਰਾਂਗੇ, ਉਹ ਸਾਰਾ ਕੁਝ ਸਾਹਮਣੇ ਆ ਜਾਣਾ। ਇਲੈਕਸ਼ਨ ਦੇ ਵਿੱਚ ਵੀ ਸਾਹਮਣੇ ਆ ਜਾਣਾ। ਅਸੀਂ ਤਾਂ ਓਪੋਜੀਸ਼ਨ ਦੇ ਵਿੱਚ ਆ। ਜੇ ਸਾਡੀ ਕੋਈ ਗੱਲ ਲਿਆ ਕੇ ਸਾਹਮਣੇ ਪੇਸ਼ ਕਰ ਦੇਣ, ਇਹ ਕਿਸੇ ਗੱਲ 'ਚ ਵੀ ਸਾਡੀ ਕੋਈ ਕਮੀ ਹੈਗੀ ਆ, ਕੋਈ ਵੀ ਸਾਡੇ ਖਿਲਾਫ ਗੱਲ ਜਾਂਦੀ ਆ ਕਿ ਦੱਸਣ ਲੋਕਾਂ ਨੂੰ। ਸਰਕਾਰ ਇਹਨਾਂ ਦੀ ਆ, ਅਸੀਂ ਤਾਂ ਸਰਕਾਰ ਦੇ ਖਿਲਾਫ ਲੜੇ ਆ ਤੇ ਲੜ ਰਹੇ ਆ। ਸੋ ਇਸ ਲਈ ਇਹ ਸਾਰੀਆਂ ਗੱਲਾਂ ਇਹਨਾਂ ਨੇ ਸਿਰਫ ਤੇ ਸਿਰਫ ਇਹ ਧੱਕੇ ਨਾਲ ਲੋਕਾਂ ਨੂੰ ਨਾਲ ਜੋੜਨਾ ਚਾਹੁੰਦੇ ਸੀ। ਅਸੀਂ ਜੀ ਤੁਹਾਡੇ 'ਤੇ ਪਰਚਾ ਦੇ ਦੇਂਗੇ ਸਰੋਪਾ, ਪਰ ਕੋਈ ਨਹੀਂ, ਹਜੇ ਤਾਂ ਥੋੜ੍ਹੇ ਦਿਨ ਹੀ ਹੋਏ ਨੇ ਇਹਨਾਂ ਨੂੰ ਲਏ ਨੂੰ, ਤੇ ਐਡੀ ਲੰਬੀ ਲਿਸਟ ਹੈਗੀ ਆ ਸਾਡੇ ਕੋਲੇ ਬੰਦਿਆਂ ਨੂੰ ਜੁਆਇਨ ਕਰਨ ਦੀ। ਤੇ ਲੇਕਿਨ ਅਸੀਂ ਆਪਣੇ ਬੰਦੇ ਨੂੰ ਭਰੋਸੇ 'ਚ ਲੈ ਰਹੇ ਹਾਂ ਜੁਆਇਨ ਕਰਾਉਣ ਤੋਂ ਪਹਿਲਾਂ, ਤੇ ਪਤਾ ਲੱਗ ਜਾਊ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਆ ਹਲਕੇ ਦਾਖੇ ਦੇ ਵਿੱਚੋਂ, ਕਿਉਂਕਿ ਇਹ ਸਾਡੇ ਲੋਕ ਆ ਜਿਹੜੇ ਹਲਕੇ ਦਾਖੇ ਦੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ। ਦੇਖੋ, ਕਾਂਗਰਸ ਆ ਜਿਹੜੀ ਇੱਥੋਂ ਨਾ ਕਦੇ ਜਿੱਤੀ ਹੈ ਤੇ ਨਾ ਕਦੇ ਜਿੱਤੂਗੀ। ਜਿਹੜੀ ਹਿਸਾਬ ਨਾਲ ਦੀ ਸੋਚ ਹੈਗੀ ਆ,
ਜੇ ਅਸੀਂ ਕੋਈ ਤੱਕ ਪਰਚੇ ਕਰਾਏ ਹੁੰਦੇ ਨਾ ਫਿਰ ਅਸੀਂ ਬਾਈ ਇਲੈਕਸ਼ਨ ਹੀ ਜਿੱਤਦੇ ਸੀਗੇ। ਕਿ ਸਾਡੇ 'ਚ ਇੰਨੀ ਕੁ ਵੀ ਕਿਤੇ ਕਮੀ ਹੁੰਦੀ ਕਿਸੇ ਗੱਲ ਦੇ ਵਿੱਚ, ਠੀਕ ਆ ਵਿਰੋਧੀ ਬਹੁਤ ਕੁਝ ਕਹਿੰਦੇ ਆ, ਜਦੋਂ ਅਸੀਂ ਅੱਗੇ ਵਧਣਾ ਤਾਂ ਲੋਕਾਂ ਨੇ ਆਪਣਾ ਜਿਹੜਾ ਵਿਰੋਧੀਆਂ ਨੇ ਵਿਰੋਧ ਤਾਂ ਕਰਨਾ ਹੀ ਹੁੰਦਾ, ਝੂਠੇ ਸੱਚੇ ਦੋਸ਼ ਤੁਹਾਡੇ ਤੇ ਲਾਉਣੇ ਹੁੰਦੇ ਆ, ਲੇਕਿਨ ਗੱਲ ਹੈ ਕਿ ਗੱਲ ਸਾਬਤ ਹੋਵੇ ਕਿਸੇ ਗੱਲ ਦੀ ਵੀ। ਸੋ ਅਸੀਂ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਤੇ ਕਰ ਰਹੇ ਹਾਂ। 1 ਰੁਪਈਏ ਦਾ ਫਾਇਦਾ ਨਾ ਸਰਕਾਰ ਤੋਂ ਲਿਆ ਤੇ ਨਾ ਲੈਣਾ। ਆਪਣੀ ਦਸਾਂ ਨੌਂ ਦੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ। ਪਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਆ। ਇਸੇ ਤਰ੍ਹਾਂ ਪਰਮਾਤਮਾ ਬਖਸ਼ਿਸ਼ਾਂ ਜਿਹੜੀਆਂ ਕਰਦਾ ਰਹੇ। ਸਾਡੇ ਆਪਣਾ ਅਸੀਂ ਕਾਰੋਬਾਰ, ਆਪਣਾ ਬਿਜ਼ਨਸ, ਆਪਣੀ ਖੇਤੀ ਆ ਜਿਹੜੀ, ਉਹਨੂੰ ਅਸੀਂ ਬੜੀ ਇਮਾਨਦਾਰੀ ਨਾਲ ਚਲਾ ਰਹੇ ਹਾਂ ਤੇ ਉਹਦੇ ਵਿੱਚੋਂ ਅਸੀਂ ਆਪਣੀ ਕਮਾਈ 'ਚੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ। ਤੇ ਪਰਮਾਤਮਾ ਨੇ ਜੋ ਮੌਕਾ ਦਿੱਤਾ, ਸਾਡੀ ਕੋਸ਼ਿਸ਼ ਆ ਵੀ ਕਿਸੇ ਦਾ ਵੀ ਹੁੰਦਾ ਭਲਾ ਕਰੀਏ ਅਸੀਂ। ਸੋ ਇਸ ਲਈ ਉਸ ਪਰਮਾਤਮਾ ਤੋਂ ਡਰ ਕੇ ਚੱਲੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਚੱਲਾਂਗੇ। ਕੋਸ਼ਿਸ਼ ਹੋਊਗੀ ਕਿਸੇ ਦਾ ਨੁਕਸਾਨ ਨਾ ਹੋਵੇ, ਭਲਾ ਜਿੰਨਾ ਹੋ ਸਕਦਾ ਲੋਕਾਂ ਦਾ ਹੋ ਸਕੇ, ਗਰੀਬ ਦਾ, ਹਰ ਇੱਕ ਦਾ। ਅਸੀਂ ਜਿਹੜਾ ਸੋਚਦੇ ਹਾਂ ਵੀ ਜੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਲੋਕਾਂ ਦਾ ਭਲਾ ਹੋਵੇ। ਤੁਸੀਂ ਕਿਹਾ ਕਿ 2019 ਦੇ ਵਿੱਚ ਵੱਡੀ ਹਾਰ ਦਿੱਤੀ ਹੈ ਕੈਪਟਨ ਸੰਦੀਪ ਸੰਧੂ ਨੂੰ, ਤੇ ਇੱਥੇ ਇਸ ਹਲਕੇ ਦੇ ਵਿੱਚ ਨਾ ਕਾਂਗਰਸ ਕਦੀ ਜਿੱਤੀ ਹੈ ਤੇ ਨਾ ਜਿੱਤੇਗੀ, ਪਰ ਉਹਨਾਂ ਦਾ ਕਹਿਣਾ ਹੈ ਕਿ 2019 ਦੇ ਵਿੱਚ ਬੇਸ਼ੱਕ ਕੁਝ ਕਮੀਆਂ ਰਹਿ ਗਈਆਂ, ਕੁਝ ਨਵੇਂ ਹੋਣ ਕਰਕੇ ਕੁਝ ਜਿਹੜੀ ਹੈਗੀ ਨਹੀਂ ਗੱਲਬਾਤ ਬਣ ਸਕੀ। ਜਿਹੜੀ ਗੁੱਤ 2019 ਦੇ ਵਿੱਚ ਨਹੀਂ ਗੁੰਨੀ ਗਈ ਉਹ 2022 ਦੇ ਵਿੱਚ ਗੁੰਨਾਂਗੇ। ਇਹ ਤਾਂ ਪਹਿਲਾਂ ਵੀ ਕਹਿੰਦੇ ਸੀਗੇ ਬਹੁਤ ਕੁਝ, ਪਹਿਲਾਂ ਵੀ ਬੜੇ ਕੈਂਡੀਡੇਟ ਆਏ ਨੇ। ਸੋ ਗੱਲ ਕੀ ਵੀ ਉਦੋਂ ਤਾਂ ਲੋਕ ਜਾਣਦੇ ਨਹੀਂ ਸੀ, ਹੁਣ ਤਾਂ ਲੋਕਾਂ ਨੂੰ ਬਹੁਤ ਕੁਝ ਪਤਾ ਲੱਗ ਗਿਆ ਇਹਨਾਂ ਬਾਰੇ, ਬਹੁਤ ਕੁਝ ਸਾਹਮਣੇ ਆ ਗਿਆ ਇਹਨਾਂ ਦੀ ਸੋਚ ਦੇ ਬਾਰੇ, ਕਿ ਕੀ ਕੁਝ ਕੀਤਾ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ। ਇਹ ਸਾਰਾ ਕੁਝ ਹੁਣ ਤਾਂ 5 ਸਾਲਾਂ ਦੇ ਵਿੱਚ ਜੋ ਕੁਝ ਇਹਨਾਂ ਨੇ ਕੀਤਾ ਨਾ, ਬੜੇ ਮਸਲੇ ਨਿਕਲ ਕੇ ਆਉਣੇ ਆ ਅਜੇ ਤਾਂ, ਕਿਉਂਕਿ ਮਸਲਾ ਹੀ ਸਿਰਫ ਲੋਕਾਂ ਦਾ ਰਿਹਾ ਵਾ। ਇਹ ਜਿਹੜੇ, ਜੇ ਮੈਂ ਸਮਝਦਾ ਕਿ ਜਿਹੜਾ ਤੁਸੀਂ ਆਪਣੇ ਲੀਡਰ ਦਾ ਨਹੀਂ ਨਾ ਬਣ ਸਕਿਆ, ਉਹ ਕਿਸੇ ਦਾ ਵੀ ਨਹੀਂ ਬਣ ਸਕਦਾ, ਲੋਕਾਂ ਦਾ ਉਹਨੇ ਕੀ ਬਣਨਾ ਵਾ। ਸੋ ਇਸ ਲਈ ਸਭ ਤੋਂ ਪਹਿਲਾਂ ਜਿਹੜਾ ਬੰਦਾ ਵਫਾਦਾਰ, ਸਾਨੂੰ ਕੌਣ ਕਿੱਥੇ ਤੱਕ ਲੈ ਕੇ ਅਸੀਂ ਉਹਨਾਂ ਦੇ ਨਾਲ ਅਸੀਂ ਵਫਾਦਾਰੀਆਂ ਕਰੀਏ, ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਬਹੁਤ ਗੱਲਾਂ ਪਰਮਾਤਮਾ ਦੇ ਹੱਥ ਨੇ, ਹਰ ਚੀਜ਼ ਤੁਹਾਡੇ ਹੱਥ ਨਹੀਂ। ਤੁਹਾਡੀ ਸੋਚ, ਤੁਹਾਡੀ ਮਿਹਨਤ, ਤੁਹਾਡੀ ਇਮਾਨਦਾਰੀ, ਮੈਂ ਤਾਂ ਇੱਕ ਗੱਲ ਦੇਖੀ ਹੈ ਲਾਈਫ ਦੇ ਵਿੱਚ, ਸੱਚਾਈ, ਇਮਾਨਦਾਰੀ ਤੇ ਮਿਹਨਤ, ਇਹ ਤੁਹਾਡੇ ਹਮੇਸ਼ਾ ਜਿਹੜੀ ਕੰਮ ਆਉਂਦੀ ਹੈ। ਜੇ ਤੁਸੀਂ ਮੈਂ ਰੋਕਣਾ ਚਾਹੁੰਦਾ, ਕੌਣ ਵਫਾਦਾਰੀ ਦੀ ਗੱਲ ਕਰ ਰਹੇ ਹੋ, ਕੌਣ ਕਿੰਨੇ ਕਿੰਨੇ ਨਾਲ ਵਫਾਦਾਰੀ? ਪਤਾ ਹੀ ਆ ਵੀ ਕੌਣ ਕਿਹਦਾ OSD ਤੇ ਅੱਜ ਕੌਣ ਕਿੱਧਰ ਗਿਆ ਵਾ, ਪਤਾ ਹੀ ਆ। ਆਪਾਂ ਤਾਂ ਕਿਸੇ ਨਾਲ ਜੋ ਖੜੇ ਹੀ ਨਹੀਂ। ਸੋ ਇਸ ਲਈ ਇਹ ਲੋਕਾਂ ਦਾ, ਜਿਹੜੇ ਕਾਂਗਰਸ ਦੇ ਲੀਡਰ ਨੇ, ਇਹਨਾਂ ਨੇ ਜਿਹੜਾ ਰੇਤਾ ਤੇ ਆ ਜਿਹੜੇ ਅੱਜ ਜਿਹੜੀਆਂ ਮੁਸਲਮਾਨਾਂ ਦੀਆਂ ਜਗ੍ਹਾ ਦੀਆਂ ਮਸਲੇ ਉੱਠ ਰਹੇ ਨੇ ਜਿਹੜੇ, ਸੋ ਇਹ ਸਾਰੇ ਸਪਸ਼ਟੀਕਰਨ ਲੋਕਾਂ ਨੇ ਇਹਨਾਂ ਤੋਂ ਮੰਗਣੇ ਨੇ ਹਜੇ 5 ਸਾਲ ਦੇ ਵਿੱਚ, ਕਿਉਂਕਿ ਇਹ ਸਟੇਟਮੈਂਟ ਆ ਇਹਨਾਂ ਦੇ ਲੋਕਾਂ ਦੀਆਂ ਹੀ ਨੇ, ਸਾਡੀ ਕੋਈ ਸਟੇਟਮੈਂਟ ਨਹੀਂ। ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਵਿਰੋਧ ਹੈਗਾ, ਤੇ ਜਿਹੜਾ ਇੱਕ ਰੇਤ ਮਾਫੀਆ ਜਿਹੜਾ, ਉਹਦੇ 'ਤੇ ਵੀ ਬੜੀਆਂ ਸਟੇਟਮੈਂਟਾਂ ਆ ਚੁੱਕੀਆਂ ਨੇ। ਸੋ ਇਸ ਲਈ ਅਸੀਂ ਜਿਹੜਾ ਇਹ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ 4.5 ਪੌਣੇ 5 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਲੁੱਟ ਮਚਾ ਕੇ ਰੱਖੀ ਆ, ਉਹਨਾਂ ਦੀ ਸਾਰੀ ਜਿਹੜੀ ਆ ਤਫਤੀਸ਼ ਕਰੋ ਤੇ ਇਹ ਲੋਕਾਂ ਦੇ ਸਾਹਮਣੇ ਜਿਹੜਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੋ। ਅਸੀਂ ਮੰਗ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਸੀ। ਤੁਸੀਂ ਕਿਹਾ ਸੀ ਕਿ ਮੁੱਲਾਪੁਰ ਦਾਖਾ ਦੇ ਵਿਕਾਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਫੰਡ ਨਹੀਂ ਆਏ ਤੇ 50 ਕਰੋੜ ਦੇ ਕਰੀਬ ਫੰਡ ਹੈ ਸੈਂਟਰ ਦੀਆਂ ਸਕੀਮਾਂ ਤੋਂ ਆਏ ਨੇ। ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਦਿਆਲੀ ਝੂਠ ਬੋਲਦੇ ਨੇ, 200 ਕਰੋੜ ਤੋਂ ਵੱਧ ਜਿਹੜਾ ਵਾ ਫੰਡ ਮੁੱਲਾਪੁਰ ਦਾਖਾ ਦੇ ਵਿਕਾਸ ਦੇ ਵਿੱਚ ਲੱਗ ਚੁੱਕੇ ਨੇ। ਜੇ ਸੈਂਟਰ ਤੋਂ ਵੀ ਆਏ ਨੇ ਤਾਂ ਮਨਪ੍ਰੀਤ ਦਿਆਲੀ ਹਿਸਾਬ ਦੇਣ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਤਾਂ ਫੰਡ ਆਉਂਦੇ ਰਹੇ ਨੇ। ਜਿਹੜੇ ਖੇਡ ਪਾਰਕ 70 ਲੱਖ ਦੀ ਲਾਗਤ ਨਾਲ ਬਣੇ ਨੇ, ਉਹੀ ਖੇਡ ਪਾਰਕ ਹੁਣ 20-25 ਲੱਖ ਦੀ ਲਾਗਤ ਨਾਲ ਬਣ ਰਹੇ ਨੇ। ਤੁਹਾਡੇ ਤੇ ਵੀ ਉਹਨਾਂ ਨੇ ਵੱਡੇ ਐਲੀਗੇਸ਼ਨ ਲਾਏ ਨੇ। ਜਿਹੜਾ 2 ਏਕੜ ਦਾ ਖੇਡ ਪਾਰਕ 20 ਲੱਖ 'ਚ ਬਣੂਗਾ, ਜਿਹੜਾ 3 ਏਕੜ ਦਾ 30 ਲੱਖ 'ਚ ਬਣੂਗਾ, 4 ਏਕੜ ਦਾ 40 ਲੱਖ 'ਚ ਬਣੂਗਾ, 5 ਏਕੜ ਦਾ 50 ਲੱਖ। ਏਰੀਆ ਵੱਡਾ ਹੋ ਜਾਂਦਾ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ 2 ਏਕੜ ਤੇ 70 ਲੱਖ ਲਾ ਦੇਣਗੇ। ਇਹਨਾਂ ਦਾ ਕੋਈ ਬਣਾਇਆ ਹੋਇਆ ਜੇ ਅਸੀਂ ਦਿਖਾ ਦਈਏ, ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਤਾਂ ਜਿਹੜੇ ਲਾਏ ਆ ਉਹ ਵੀ ਖਰਾਬ ਕੀਤੇ ਹੋਏ ਨੇ ਪੈਸੇ। ਗੱਲ ਕੀ ਵੀ ਚੀਜ਼ ਦੀ ਕੁਆਲਿਟੀ ਪੜਤਾਲ ਕਰਾ ਲੈਣ ਹਰ ਇੱਕ ਦੀ। ਅਫਸਰਾਂ ਨੇ ਬਣਾਏ ਨੇ, ਇਹਨਾਂ ਦੀ ਟੀਮ ਨੇ ਬਣਾਏ ਨੇ, ਤੇ ਪੂਰੀ ਇੱਦਾਂ ਦਾ ਪ੍ਰੋਜੈਕਟ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਬਣਿਆ ਹੋਇਆ। ਇਸੇ ਕਰਕੇ ਹੀ ਹਲਕਾ ਦਾਖਾ ਅੱਜ ਇਸ ਜਿਹੜਾ ਸਪੋਰਟਸ ਦੀ ਇੱਕ ਹੱਬ ਬਣਿਆ ਹੋਇਆ। ਅੱਜ ਟੀਮਾਂ ਸਾਡੇ ਫੁੱਟਬਾਲ ਦੀ, ਹਾਕੀ ਦੀਆਂ, ਕ੍ਰਿਕਟ ਦੀਆਂ, ਵਾਲੀਬਾਲ ਦੀਆਂ ਕਿੰਨੀਆਂ ਟੀਮਾਂ ਬਣੀਆਂ ਹੋਈਆਂ ਨੇ। ਰੈਗੂਲਰ ਇੱਥੇ ਲੀਗ ਚੱਲ ਰਹੇ ਨੇ, ਮੈਚ ਚੱਲ ਰਹੇ ਨੇ। ਅੱਜ ਵੀ ਉਹ ਗਰਾਊਂਡਾਂ ਨੂੰ ਅਸੀਂ ਸੰਭਾਲ ਰਹੇ ਹਾਂ ਬਹੁਤਿਆਂ ਨੂੰ। ਸੋ ਕਹਿਣ ਤੋਂ ਭਾਵ ਗੱਲ ਕਰਨੀ ਬਹੁਤ ਸੌਖੀ ਆ, ਬਣਾ ਕੇ ਦੇਣੇ ਬਹੁਤ ਔਖੇ ਨੇ। ਸੋ ਬੜੀ ਮਿਹਨਤ ਦੇ ਨਾਲ ਪ੍ਰੋਜੈਕਟ ਤਿਆਰ ਕੀਤਾ ਤੇ ਉਹ ਪ੍ਰੋਜੈਕਟ ਕਰਕੇ ਹੀ ਜਿਹੜੀ ਇਹ ਸਾਨੂੰ ਕਾਮਯਾਬੀ ਮਿਲੀ ਆ। ਇਹ ਜਿੱਤ ਦੇ ਵਿੱਚ ਉਸ ਪ੍ਰੋਜੈਕਟ ਦਾ ਬਹੁਤ ਵੱਡਾ ਰੋਲ ਆ, ਜਿਹਦੇ ਕਰਕੇ ਯੂਥ, ਸਾਡੀਆਂ ਬੀਬੀਆਂ, ਬਜ਼ੁਰਗ, ਹਰ ਇੱਕ ਵਰਗ ਨੂੰ ਤੰਦਰੁਸਤੀ, ਆਪਾਂ ਗੱਲ ਕਰਦੇ ਹਾਂ, ਕਰੋਨਾ ਨੇ ਦੱਸ ਦਿੱਤਾ ਕਿ ਤੰਦਰੁਸਤੀ ਕੀ ਚੀਜ਼ ਆ। ਸੋ ਇਸ ਲਈ ਇਹ ਜਿਹੜੇ ਪ੍ਰੋਜੈਕਟ ਨੇ, ਜਿੱਥੇ ਕਾਂਗਰਸ ਦੀਆਂ ਪੰਚਾਇਤਾਂ ਸੀ ਉੱਥੇ ਵੀ ਬਣੇ ਨੇ, ਉਹਨਾਂ ਨੇ ਬਣਾਏ ਨੇ।
ਅਸੀਂ ਤਾਂ ਉਹਨਾਂ ਨੂੰ ਪੈਸੇ ਦਿੱਤੇ ਨੇ, ਲੇਕਿਨ ਐਡੇ ਵਧੀਆ ਪ੍ਰੋਜੈਕਟ ਬਣੇ ਕਿ ਸ਼ਾਨ ਨੇ। ਮੇਰਾ ਖਿਆਲ ਆ ਵੀ ਕੋਈ ਕਾਂਗਰਸ ਦਾ ਲੀਡਰ, ਕੋਈ ਮੰਤਰੀ, ਕੋਈ ਅਫਸਰ, ਕੋਈ ਹੋਰ ਆਮ ਆਦਮੀ ਪਾਰਟੀ, ਸਾਰਿਆਂ ਨੇ ਇਹਨਾਂ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਮੇਰੇ ਨਾਲ ਗੱਲਬਾਤ ਕੀਤੀ ਹੈ ਪਰਸਨਲੀ ਤੌਰ ਤੇ ਜਾਣਕਾਰੀ ਲੈ ਕੇ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਵੀ ਅਸੀਂ ਆਪਣੇ ਇਲਾਕੇ 'ਚ ਕੋਈ ਇੱਕ ਅੱਧਾ ਬਣਾ ਸਕੀਏ। ਪਿੱਛੇ ਕੈਪਟਨ ਸਾਹਿਬ ਅਨਾਊਂਸ ਕੀਤਾ ਸੀ, ਲੇਕਿਨ ਜਿਹੜਾ ਜੇ ਕੋਈ ਵਧੀਆ ਕੁਆਲਿਟੀ ਦੀ ਚੀਜ਼ ਦੇਣੀ ਆ ਤਾਂ ਉਹਦੇ 'ਤੇ ਜ਼ਰੂਰ ਖਰਚਾ ਜ਼ਰੂਰ ਆਊਗਾ। ਜੇ ਮੈਂ ਚਲਮਾ ਕਰਨਾ ਤਾਂ ਕੰਮ ਚਾਹੇ ਘਟੀਆ ਜਿਹੜਾ ਮਰਜ਼ੀ ਕਰਦੀ ਆਪਾਂ। ਸੋ ਇਸ ਲਈ ਜਿਹੜੀ ਮੈਂ ਗੱਲ ਕਰ ਰਿਹਾ ਫਿਰ ਉਸ ਗੱਲ 'ਤੇ ਵੀ ਜੇ 2 ਏਕੜ 'ਚ ਗਰਾਊਂਡ ਬਣਾਉਣਾ ਤਾਂ 20 ਲੱਖ 'ਚ ਬਣੂਗਾ, ਜੇ ਉਹ 3 ਏਕੜ ਦਾ ਤਾਂ ਅਪਰੋਕਸੀਮੇਟ ਉਹਨਾਂ ਕੁ ਏਰੀਆ ਵੱਧ ਜਾਂਦਾ ਵਾ। ਇਹ ਸਾਰੀ ਇੱਕ ਆਫਿਸਰਸ ਦੀ ਟੀਮ ਬਣੀ ਸੀਗੀ, ਉਹਨਾਂ ਨੇ ਡਿਸਾਈਡ ਕਰਕੇ, ਕਿਉਂਕਿ ਪਹਿਲਾਂ ਗਾਈਡਲਾਈਨ ਵੀ ਹੈ ਨਹੀਂ ਸੀਗੀਆਂ, ਗਾਈਡਲਾਈਨ ਵੀ ਉਦੋਂ ਬਣਾਈਆਂ ਗਈਆਂ ਸੀ, ਬਣਾਈਆਂ ਨੇ। ਸੋ ਇਹ ਜਿਹੜਾ ਪ੍ਰੋਜੈਕਟ ਹੈਗਾ ਬਹੁਤ ਵਧੀਆ, ਅਤੇ ਮੇਰੀ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਹਰ ਪਿੰਡ ਦੇ ਵਿੱਚ, ਦੇਸ਼ ਦੇ ਹਰ ਪਿੰਡ ਦੇ ਵਿੱਚ ਬਣਨਾ ਚਾਹੀਦਾ। ਸੋ ਇਹੀ ਇੱਕ ਪੰਜਾਬ ਨੂੰ, ਸਾਡੇ ਦੇਸ਼ ਨੂੰ ਬਚਾਉਣ ਦੇ ਲਈ, ਭਵਿੱਖ ਦੇ ਵਿੱਚ ਸਿਹਤਮੰਦ ਰੱਖਣ ਦੇ ਲਈ ਅਤੇ ਖੇਡਾਂ ਨਾਲ ਜੋੜਨ ਦੇ ਲਈ ਬੱਚਿਆਂ ਨੂੰ, ਇਸ ਤੋਂ ਵਧੀਆ ਕੋਈ ਪ੍ਰੋਜੈਕਟ ਨਹੀਂ ਹੋ ਸਕਦਾ। ਪਹਿਲਾਂ ਸਟੇਡੀਅਮ ਬਣ ਜਾਂਦੇ ਸੀ, ਕਰੋੜਾਂ ਰੁਪਏ ਲੱਗ ਜਾਂਦੇ, ਸਟੇਜਾਂ ਬਣ ਜਾਂਦੀਆਂ ਸੀ। ਜੋ ਅਸੀਂ ਬਣਾਇਆ ਉਹ ਸਿਰਫ ਐਕਟੀਵਿਟੀਜ਼ ਦੇ ਲਈ, ਉੱਥੇ ਕੋਈ ਸਟੇਜਾਂ ਅਤੇ ਸਟੇਡੀਅਮ 'ਤੇ ਪੈਸੇ ਨਹੀਂ ਲਾਇਆ। ਜੋ ਵੀ ਪੈਸਾ ਲੱਗਿਆ, ਫੈਂਸ ਲੱਗੀ ਹੈ, ਸਪਰਿੰਕਲ ਸਿਸਟਮ ਲੱਗਿਆ ਹੋਇਆ, ਪਾਣੀ ਪ੍ਰੋਪਰ ਲੱਗਣ ਲਈ, ਸੈਰ ਲਈ ਫੁੱਟਪਾਥ ਬਣੇ ਆ, ਓਪਨ ਜਿਮ ਲੱਗੇ ਨੇ, ਬੱਚਿਆਂ ਦੇ ਝੂਲੇ ਲੱਗੇ ਹੋਏ ਨੇ, ਕ੍ਰਿਕਟ, ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਸਾਰੇ ਗਰਾਊਂਡ ਬਣੇ ਹੋਏ ਨੇ। ਸੋ ਇਹ ਚੀਜ਼ਾਂ ਦੀ ਲੋੜ ਅੱਜ। ਸੋ ਇਹ ਤਾਂ ਪਾਰਟੀਬਾਜ਼ੀਆਂ, ਧੜੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਇਸ ਪ੍ਰੋਜੈਕਟ ਹੈਗਾ, ਇਹਦੀ ਹਰ ਇੱਕ ਨੇ ਸ਼ਲਾਘਾ ਕੀਤੀ ਹੈ। ਠੀਕ ਹੈ, ਕੋਈ ਸਾਡਾ ਇੱਕ ਦਾ ਵਿਰੋਧੀ ਨਹੀਂ ਕਰਦਾ, ਲੇਕਿਨ 99.9% ਬੰਦੇ ਨੇ ਜਿਹੜੇ ਉਹਦੇ 'ਤੇ ਬਹੁਤ ਪ੍ਰਭਾਵਿਤ ਨੇ ਅਤੇ ਇਹਨਾਂ ਨੂੰ ਦੇਖ ਕੇ ਖੜ੍ਹ ਜਾਂਦੇ, ਉੱਥੇ ਖੜ੍ਹ ਕੇ ਮੈਨੂੰ ਫੋਨ ਲਾਉਂਦੇ ਨੇ ਵੀ ਬਹੁਤ ਵਧੀਆ ਤੁਸੀਂ ਇਹ ਕੰਮ ਜਿਹੜਾ ਹੋਇਆ, ਕਰਵਾਉਣ ਦਾ ਪਰਮਾਤਮਾ ਵਾ। ਸੋ ਇਹ ਬਹੁਤ, ਹੋਰ ਵੀ ਇੱਕ ਦੋ ਪਿੰਡ ਬਣ ਰਹੇ ਨੇ ਕਈ ਹਲਕਿਆਂ ਦੇ ਵਿੱਚ, ਅਸੀਂ ਗਾਈਡ ਵੀ ਕਰ ਰਹੇ ਉਹਨਾਂ ਨੂੰ, ਅਤੇ ਉਹ ਵਧੀਆ ਠੀਕ ਆ। ਲੇਕਿਨ ਇਸ ਲੈਵਲ ਤੱਕ ਜਿੰਨੇ ਪਿੰਡਾਂ 'ਚ ਅਸੀਂ ਬਣਾਇਆ, ਇਹ ਬਣਨਾ ਬੜਾ ਮੁਸ਼ਕਿਲ ਹੈ ਵੀ ਇੰਨੇ ਟਾਈਮ ਦੇ ਵਿੱਚ ਬਣ ਜਾਣ। ਮੇਰਾ ਲਾਸਟ ਕੁਐਸਚਨ ਹੈ, ਕੈਪਟਨ ਸੰਦੀਪ ਸੰਧੂ ਦਾ ਦਾਅਵਾ ਕਿ 2022 ਦੇ ਵਿੱਚ ਲੋਕਾਂ ਦੇ ਪਿਆਰ, ਵਿਕਾਸ ਅਤੇ ਡਿਵੈਲਪਮੈਂਟ ਦੇ ਕੀਤੇ ਕੰਮਾਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਜਿੱਤ ਪ੍ਰਾਪਤ ਕਰਾਂਗੇ ਹਲਕਾ ਦਾਖਾ ਦੇ ਵਿੱਚ। ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਹੈਗੀ 2022 ਦੀ ਇਲੈਕਸ਼ਨ ਲੜੋਗੇ ਅਤੇ 2022 ਦੇ ਵਾਸਤੇ ਕੀ ਸਟ੍ਰੈਟਜੀ ਰਹੇਗੀ? ਦੇਖੋ, ਪਹਿਲੀ ਗੱਲ ਤਾਂ ਜਿਹੜੀਆਂ ਇਹਨਾਂ ਨੇ ਝੂਠੇ ਵਾਅਦੇ, ਉਹ ਵੀ ਬਹੁਤ ਵੱਡੇ ਨੇ ਇਹਨਾਂ ਦੇ ਲੋਕਾਂ ਦੇ ਵਿੱਚ। ਫਿਰ ਜਿਹੜੇ ਇਹਨਾਂ ਦੇ ਝੂਠੇ ਪਰਚੇ, ਜਿਹੜੀ ਇਹਨਾਂ ਦੀ ਧੱਕੇਸ਼ਾਹੀਆਂ, ਜੋ ਜਾਤੀਆਂ ਲੋਕਾਂ ਦੇ ਨਾਲ ਹੋਈਆਂ ਨੇ, ਜੋ ਲੁੱਟ ਖਸੁੱਟ ਇਹਨਾਂ ਨੇ ਕੀਤੀ ਆ, ਇਹ ਲੋਕਾਂ ਨੇ ਇਸ ਗੱਲ ਦਾ, ਸਾਰੀਆਂ ਗੱਲਾਂ ਦਾ ਇਹਨਾਂ ਤੋਂ ਜਵਾਬ ਮੰਗਣਾ ਵਾ। ਅਜੇ ਤਾਂ ਉਦੋਂ ਤਾਂ ਸਰਕਾਰ ਸੀਗੀ, 2.5 ਸਾਲ ਰਹਿੰਦੇ ਸੀਗੇ। ਸੋ ਇਸ ਲਈ ਹੁਣ ਪਤਾ ਲੱਗਣਾ ਵੀ ਕਿਹੜੇ ਭਾਅ ਵਿਕਦੀ ਆ, ਜਦੋਂ ਹੁਣ ਲੋਕਾਂ ਦੇ ਵਿੱਚ ਜਾਣਾ ਇਹਨਾਂ ਨੇ। ਸੋ ਇਸ ਲਈ ਸਮਾਂ ਦੱਸੂਗਾ ਸਾਰਾ। ਅਤੇ ਸਾਡੇ ਕੋਲ ਤਾਂ ਅਸੀਂ ਜੋ ਮੁੱਲਾਂਪੁਰ ਸ਼ਹਿਰ ਆ, 12 ਪ੍ਰੋਜੈਕਟ ਅਸੀਂ ਮੁੱਲਾਂਪੁਰ ਸ਼ਹਿਰ ਦੇ ਵਿੱਚ ਕੀਤੇ ਆ। ਮੈਂ 5 ਸਾਲ ਸਰਕਾਰ 'ਚ MLA ਰਿਹਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਦਾਣਾ ਮੰਡੀ ਆ ਗਈ, ਫਿਰ ਮਾਰਕੀਟ ਕਮੇਟੀ ਦਫ਼ਤਰ ਆ ਗਿਆ, ਫਿਰ ਤੀਜੇ ਮਾਡਲ ਥਾਣੇ ਦੀ ਬਿਲਡਿੰਗ ਆ ਗਈ, ਫਿਰ ਹਸਪੀਟਲ ਆ ਗਿਆ, ਫਿਰ ਪਸ਼ੂ ਹਸਪੀਟਲ ਆ ਗਿਆ, ਸਬ ਤਹਿਸੀਲ ਕੰਪਲੈਕਸ ਆ ਗਿਆ, ਖੇਡ ਪਾਰਕ ਆ ਗਿਆ, ਅੰਬੇਦਕਰ ਭਵਨ ਆ ਗਿਆ, ਫਿਰ ਟ੍ਰੀਟਮੈਂਟ ਪਲਾਂਟ ਹੋ ਗਿਆ, ਫਿਰ ਸੀਵਰੇਜ ਦਾ ਪ੍ਰੋਜੈਕਟ ਹੋ ਗਿਆ, ਵਾਟਰ ਸਪਲਾਈ ਇਕੱਲੇ ਘਰ ਤੱਕ ਪਹੁੰਚਾਈ ਗਈ ਆ। ਫਿਰ ਉਸ ਤੋਂ ਬਿਨਾਂ ਜਿਹੜਾ ਰੈਕੋਰਡ ਰੋਡ ਦੇ ਬਾਈਪਾਸ, ਜਿਹੜਾ ਬੜਾ ਫਲਾਈਓਵਰ ਬਣਿਆ, ਜਿਹੜਾ ਰੈਕੋਰਡ ਰੋਡ ਦੇ ਉੱਪਰ ਫਲਾਈਓਵਰ, ਇਸ ਤਰ੍ਹਾਂ ਦੇ 12 ਪ੍ਰੋਜੈਕਟ ਜਿਹੜੇ ਅਸੀਂ 5 ਸਾਲ ਦੀ ਟਰਮ ਦੇ ਵਿੱਚ ਲਾਏ ਨੇ। ਸੋ ਇਹ ਮੁੱਲਾਂਪੁਰ ਸ਼ਹਿਰ ਵੱਲੋਂ ਗੜ੍ਹ ਹੁੰਦਾ ਸੀਗਾ ਕਾਂਗਰਸ ਦਾ। ਠੀਕ ਆ, ਹਰ ਸਰਕਾਰ ਕੰਮ ਕਰਾਉਂਦੀ ਆ। ਜੇ ਕੋਈ ਕੰਮ ਰਹਿ ਗਿਆ, 2-4%, 20% ਕੰਮ ਰਹਿ ਵੀ ਗਿਆ, ਜਿਵੇਂ ਸਾਰੀਆਂ ਅਸੀਂ ਸੀਵਰੇਜ ਪਾਤਾ, ਕੁਛ ਗਲੀਆਂ ਬਣ ਗਈਆਂ, ਕੁਛ ਰਹਿ ਗਏ, ਜਿਹਨੂੰ ਕਿਉਂ ਜਾਪਤਾ ਲੱਗ ਗਿਆ। ਤੁਸੀਂ ਕਿੰਨਾ ਕੰਮ 5 ਸਾਲਾਂ 'ਚ ਕਰ ਦਿਓਗੇ? ਸੋ ਠੀਕ ਆ, ਹਰ ਸਰਕਾਰ ਨੇ ਕੰਮ ਕਰ ਲੈਂਦੇ, ਲੇਕਿਨ ਜਦੋਂ ਲੇਖਾ ਜੋਖਾ ਹੋਣਾ ਉਦੋਂ ਪਤਾ ਲੱਗਣਾ ਵੀ ਕਿੰਨੇ ਕੰਮ ਕਿਹਨੇ ਕੀਤੇ ਆ। 5 ਸਾਲਾਂ ਜਿਹਨਾਂ ਨੇ ਕੀ ਕੀਤਾ ਹੈ, 5 ਸਾਲ ਮੇਰੀ ਟਰਮ ਦੇ ਵਿੱਚ ਕਿੰਨੇ ਪ੍ਰੋਜੈਕਟ ਲੱਗੇ ਨੇ। ਸੋ ਸਾਰੇ ਕੰਪਲੀਟ ਨੇ ਸਾਡੇ ਪ੍ਰੋਜੈਕਟ ਤਕਰੀਬਨ। ਆਪਣੇ ਲੇਖੇ ਜੋਖੇ ਤੇ ਵਿਸ਼ਵਾਸ ਹੈ ਤੁਹਾਨੂੰ ਕਿ 2022 ਦੇ ਵਿੱਚ ਹੈਟ੍ਰਿਕ ਬਣੂਗੀ? ਉਹ ਬਹੁਤ ਗੱਲਾਂ ਕੁਦਰਤ ਤੇ ਪਰਮਾਤਮਾ ਦੇ ਹੱਥ ਹੁੰਦੀਆਂ ਨੇ, ਅਤੇ ਜਿੰਨਾ ਲੋਕਾਂ ਦਾ ਪਿਆਰ ਸਤਿਕਾਰ ਜਿਹੜਾ ਹੈਗਾ ਲੋਕਾਂ ਦੇ ਨਾਲ, ਆਪਣਤ ਹੈਗੀ ਆ, ਇੱਕ ਪਰਿਵਾਰ ਆ ਹਲਕਾ ਦਾਖਾ। ਕਿਉਂਕਿ ਮੈਂ ਇੱਥੇ, ਅਸੀਂ 18-20 ਸਾਲ ਤੋਂ ਰਹਿ ਰਹੇ ਹਾਂ ਮੁੱਲਾਂਪੁਰ 'ਚ। ਮੇਰਾ ਅੱਜ ਤੱਕ ਕਿਸੇ ਲੀਡਰ ਨੇ ਮੁੱਲਾਂਪੁਰ ਦਫ਼ਤਰ ਨਹੀਂ ਬਣਾਇਆ। ਉੱਥੇ ਮੇਰਾ ਆਪਣੀ ਜਗ੍ਹਾ, ਇਹਨਾਂ ਨੇ ਹੁਣ ਵੀ ਕਿਸੇ ਤੋਂ ਜਗ੍ਹਾ ਕਿਰਾਏ 'ਤੇ ਲੈ ਕੇ, ਟੈਂਪਰੇਰੀ ਜਿਹੜਾ ਬੰਦਾ ਨਾ, ਟੈਂਪਰੇਰੀ ਦਫ਼ਤਰ, ਟੈਂਪਰੇਰੀ ਘਰ, ਉੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਵੀ ਇਹ ਜਦੋਂ ਮਰਜ਼ੀ ਸਮਾਨ ਚੱਕ ਕੇ ਆਪਣਾ ਗੱਡੇ 'ਚ ਪਾ ਕੇ ਜਾ ਸਕਦੇ ਨੇ। ਜਿੰਨੇ ਵੀ ਇੱਥੇ ਆਏ ਨੇ ਅੱਜ ਤੱਕ, ਜਦੋਂ ਦੇਸ਼ ਆਜ਼ਾਦ ਹੋਇਆ, ਸਾਰੇ ਟੈਂਪਰੇਰੀ ਆਏ ਨੇ। ਪਰਮਾਨੈਂਟ ਇੱਥੇ ਕਿਸੇ ਨੇ ਆਪਦਾ ਘਰ ਦੇ ਦਫ਼ਤਰ ਤੱਕ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ। ਜਿੰਨੇ ਵੀ MLA ਰਹੇ ਨੇ, ਚਾਹੇ ਜਦੋਂ ਦਾ ਕਿਸੇ ਵੀ ਪਾਰਟੀ ਦੇ ਰਹੇ ਨੇ, ਕਿਸੇ ਦਾ ਵੀ ਇਸ ਇਲਾਕੇ ਦੇ ਵਿੱਚ ਨਾ ਆਪਦਾ ਘਰ ਅਤੇ ਨਾ ਦਫ਼ਤਰ। ਠੀਕ ਨਹੀਂ ਹੈ। ਮੇਰਾ ਤਾਂ ਹੁਣ ਜਿਹੜਾ ਆਹ ਪਿੰਡ ਨਵੀਂ ਹਲਕਾ ਬੰਦੀ ਹੋਈ, ਬਾਰਡਰ 'ਤੇ ਚਲੇ ਗਿਆ ਆਪਣਾ। ਮੇਰਾ ਹੁਣ ਘਰ ਵੀ ਜਿਹੜਾ ਮੇਰੇ ਹਲਕੇ 'ਚ ਬਣ ਰਿਹਾ, ਵੀਰ ਵੀ ਮੇਰੀ ਆਪਣੀ ਜਿਹੜੀ ਸਾਡੀ ਜੱਦੀ ਜ਼ਮੀਨ ਉੱਥੇ ਬਣ ਰਿਹਾ ਕਲੋਨੀ ਦੇ ਵਿੱਚ। ਗੋਰਸੀਆ ਮੇਰਾ ਜਿਹੜਾ ਮੇਨ ਫਾਰਮ ਹੈਗਾ, ਮੇਰਾ ਦਫ਼ਤਰ ਜਿਹੜਾ ਮੁੱਲਾਂਪੁਰ ਦੇ ਵਿੱਚ ਬਣਿਆ ਹੋਇਆ। ਸੋ ਕਹਿਣ ਤੋਂ ਭਾਵ ਕਿ
ਇੱਥੇ ਜਿੰਨੇ ਵੀ ਆਏ ਨੇ ਟੈਂਪਰੇਰੀ ਨੇ ਸਾਰੇ। ਇਹੀ ਗੱਲਾਂ ਉਹ ਕਹਿੰਦੇ ਨੇ ਕਿ ਮਨਪ੍ਰੀਤ ਦਿਆਲੀ ਲਗਾਤਾਰ ਇਹੀ ਪ੍ਰਚਾਰ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕਰਦੇ ਰਹੇ ਨੇ ਕਿ ਇਹ ਤਾਂ ਕਿਰਾਏਦਾਰ ਨੇ, ਇਹਨਾਂ ਦਾ ਤਾਂ ਇੱਥੇ ਕੁਝ ਲੈਣਾ ਦੇਣਾ ਨਹੀਂ ਹੈ, ਇਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਚਲੇ ਜਾਣਾ। ਪਰ ਮੈਂ 2.5 ਸਾਲ ਲੋਕਾਂ ਦੀ ਸੇਵਾ ਕੀਤੀ ਆ, ਲੋਕ ਹੁਣ ਫੈਸਲਾ ਕਰਨਗੇ ਕਿ ਮੇਰੀ 2.5 ਸਾਲ ਦੀ ਸੇਵਾ ਦੇਖਣੀ ਹੈ ਕਿ ਜਿਹੜੇ ਲੋਕ ਮੇਰੇ ਵਿਰੁੱਧ ਪ੍ਰਚਾਰ ਕਰਦੇ ਨੇ, ਨਾ ਇਹਨਾਂ ਦਾ ਘਰ ਹੈ ਆਪਣਾ, ਕਿਰਾਏ ਤੇ ਦਫ਼ਤਰ ਨੇ, ਤੇ ਉਹਨਾਂ ਦੀ ਜਿਹੜੀ ਹੈਗੀ ਗੱਲ ਮੰਨੀ ਹੈ। 2.5 ਸਾਲ ਸਰਕਾਰ ਸੀਗੀ, ਇਸ ਕਰਕੇ ਰਹਿ ਗਏ ਕਿਉਂਕਿ ਸਿਸਟਮ ਚੱਲ ਰਿਹਾ ਸੀ ਸਾਰਾ, ਸਮਝੀ ਗੱਲ। ਇਸ ਕਰਕੇ ਸੀ ਇੱਥੇ ਵੀ ਸਾਰੀ ਗੱਲ ਸੁਣਵਾਈ ਹੁੰਦੀ ਸੀ, ਅਫਸਰ ਬੈਠੇ ਸੀ, ਬਹੁਤ ਕੁਝ ਆਉਂਦਾ। ਮੈਂ ਬਾਹਲਾ ਜ਼ਿਆਦਾ ਨਿੱਜੀ ਤੌਰ 'ਤੇ ਮੈਂ ਨਹੀਂ ਦੱਸਣਾ ਚਾਹੁੰਦਾ, ਠੀਕ ਆ, ਹਰ ਬੰਦਾ ਆਪਣਾ ਕੰਮ ਕਰਦਾ, ਲੋਕਾਂ ਨੂੰ ਆਪੇ ਪਤਾ ਹੀ ਹੈ ਸਾਰਾ। ਸੋ ਹੁਣ ਫਿਰ 2.5 ਸਾਲਾਂ 'ਚ ਆਪਦਾ ਕੋਈ ਦਫ਼ਤਰ ਤਾਂ ਆਪਦਾ ਬਣਾ ਲੈਂਦੇ, ਆਪਣੀ ਜਗ੍ਹਾ ਲੈ ਕੇ ਬਣਾਉਂਦੇ ਵੀ ਹਾਂ ਅਸੀਂ ਇੱਥੇ ਬੈਠਾਂਗੇ। ਫੂਲਕਾ ਸਾਹਿਬ ਨੇ ਵੀ ਰਿਹਾਇਸ਼ ਕਰ ਲਈ ਸੀ ਇੱਥੇ ਦਾਖੇ ਪਿੰਡ ਦੇ ਵਿੱਚ, ਕਿਸੇ ਦੀ ਘਰ ਦੇ ਵਿੱਚ। ਟੈਂਪਰੇਰੀ ਸੀ ਨਾ ਸਾਰਾ ਕੁਝ, ਮੁੜ ਕੇ ਕਿੱਧਰ ਗਏ? ਕਦੇ ਆਉਣਗੇ ਜ਼ਿੰਦਗੀ ਦੇ ਵਿੱਚ, ਕਦੇ ਲਾਈਫ 'ਚ ਉਹਨਾਂ ਨੇ ਮੇਰੇ ਖਿਆਲ ਤੱਕ ਲੰਘ ਕੇ ਨਹੀਂ ਜਾਣਾ ਵਿੱਚ ਹੀ ਕਦੇ। ਇਸ ਤੋਂ ਪਹਿਲਾਂ ਸੀ ਜਿਹੜੇ ਕਿਸੇ ਨੇ ਵੀ ਮੁੱਲਾਪੁਰ ਦੇ ਵਿੱਚ, ਜਦੋਂ ਤੁਸੀਂ ਇੱਕ ਆਪਣਾ ਦਫ਼ਤਰ ਹੀ ਬਣਾ ਲਓ ਹੁੰਦਾ ਵੀ ਹਾਂ ਇਹ ਬੰਦਾ ਇੱਥੇ ਰਹੂਗਾ। ਜਦੋਂ ਤੁਸੀਂ ਕਿਸੇ ਦੀ ਜਗ੍ਹਾ 'ਚ ਬੈਠੇ ਹੋ ਤਾਂ ਮਤਲਬ ਤੁਸੀਂ ਤਾਂ ਸਮਾਨ ਰਾਤ ਨੂੰ ਹੀ ਟਰੱਕ 'ਚ ਪਾ ਲੈਣਾ ਜਦੋਂ ਮਰਜ਼ੀ। ਸੋ ਇਹ ਗੱਲਾਂ ਨੇ ਜਿਹੜੀਆਂ, ਜਦੋਂ ਮੈਂ ਆਫਿਸ ਬਣਾਇਆ ਉਦੋਂ ਹਲਕਾ ਰਿਜ਼ਰਵ ਸੀਗਾ, ਦਰਸ਼ਨ ਸਿੰਘ ਸ਼ਿਵਾਲਿਕ ਤੋਂ ਇਲੈਕਸ਼ਨ ਲੜ ਰਹੇ ਸੀਗੇ, ਉਸ ਸਮੇਂ ਦਾ ਮੇਰਾ ਆਫਿਸ ਬਣਾਇਆ ਹੋਇਆ। ਇਹ ਨਹੀਂ ਪਤਾ ਸੀ ਵੀ ਕਦੇ ਹਲਕਾ ਜਰਨਲ ਵੀ ਹੋਊਗਾ। ਉਦੋਂ ਦੀ ਉੱਥੇ ਟੀਮ ਬੈਠੀ ਆ, ਸੈਟਅਪ ਕਰਕੇ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ, ਠੀਕ। ਉਦੋਂ ਮੈਂ ਪਾਰਟੀ ਲਈ ਕੰਮ ਕਰ ਰਿਹਾ ਸੀ, ਮੈਨੂੰ ਨਹੀਂ ਸੋਚਿਆ ਸੀ ਕਿ ਮੈਂ ਕਦੇ ਇਹ ਹਲਕਾ ਜਰਨਲ ਹੋਊ, ਮੈਂ ਇੱਥੋਂ MLA ਬਣੂੰਗਾ। ਅਸੀਂ ਤਾਂ ਇੱਕ ਪਾਰਟੀ ਲਈ ਲੋਕਾਂ ਦੀ ਸੇਵਾ ਉਦੋਂ, ਜਦੋਂ ਹਲਕਾ ਰਿਜ਼ਰਵ ਸੀ ਉਦੋਂ ਤੋਂ ਕਰਦੇ ਆ ਰਹੇ ਹਾਂ। ਦਰਸ਼ਨ ਸਿੰਘ ਸ਼ਿਵਾਲਿਕ 7 'ਚ MLA ਬਣਿਆ ਉਸ ਸਮੇਂ ਅਸੀਂ ਤਾਂ। ਇਹ 2006 ਦੇ ਵਿੱਚ ਆਫਿਸ ਮੈਂ ਬਣਾਇਆ, ਅਤੇ ਉਦੋਂ ਕਿਰਾਏ ਦੀ ਵੀ ਦੁਕਾਨ ਲਈ ਜਾ ਸਕਦੀ, ਲੇਕਿਨ ਆਪਣੀ ਜਗ੍ਹਾ ਲੈ ਕੇ ਤੋਂ ਸੈਟਅਪ ਕੀਤਾ ਕਿ ਲੋਕਾਂ ਨੂੰ ਹੋਏ ਵੀ ਹਾਂ ਇਹ ਵਾਕਈ ਅਸੀਂ ਇਹਨਾਂ ਨੂੰ ਇੱਥੇ ਮਿਲ ਸਕਦੇ ਹਾਂ। ਸਾਡੀ ਟੀਮ ਉੱਥੇ ਬੈਠੀ ਆ, ਲੋਕਾਂ ਦੇ ਸਾਰੇ ਕੰਮ ਹੁੰਦੇ ਨੇ। ਰੋਜ਼ ਅਸੀਂ ਜਾਂਦੇ ਹਾਂ ਆਫਿਸ ਦੇ ਵਿੱਚ, ਕਿੰਨੇ ਬੰਦਿਆਂ ਨੇ ਮੋਹਰਾਂ ਲਗਾਉਣੀਆਂ ਹੁੰਦੀਆਂ ਨੇ। ਮੈਂ ਰੋਜ਼ ਇੱਥੇ ਘਰ ਰੋਜ਼ ਲੋਕਾਂ ਨੂੰ ਮਿਲਦਾ ਵਾਂ। ਸੋ ਇਸ ਲਈ ਗੱਲ ਕੀ ਵੀ ਲੋਕਾਂ ਨੂੰ ਪਤਾ ਵੀ ਇਹ ਬੰਦੇ ਕਿਤੇ ਇੱਥੇ ਹੀ ਨੇ। ਮੇਰੀ ਖੇਤੀ, ਮੇਰਾ ਸਾਰਾ ਬਿਜ਼ਨਸ ਮੇਰਾ ਇਸ ਇਲਾਕੇ ਦੇ ਵਿੱਚ ਹੈ, ਅਸੀਂ ਤਾਂ ਇੱਥੇ ਹੀ ਰਹਿਣਾ। ਸੋ ਕਈ ਲੋਕ ਜਿਹੜੇ ਆਉਂਦੇ ਨੇ ਟਾਈਮ ਲਈ ਆਉਂਦੇ ਨੇ ਵੋਟਾਂ ਦੇ ਲਈ, ਦਾਲ ਲੱਗ ਗਿਆ ਠੀਕ ਹੈ, ਨਹੀਂ ਚਲੇ ਜਾਣਗੇ। ਸਰਕਾਰ ਬਦਲ ਗਈ, ਲੱਗ ਜੂ ਪਤਾ ਕੌਣ ਕਿੱਥੇ ਰਹਿੰਦਾ ਵਾ। ਜੀ ਬਿਲਕੁਲ ਐਸੇ ਕਿ ਮਨਪ੍ਰੀਤ ਦਿਆਲੀ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਫੇਰ ਬਦਲ ਆਣਾ ਹੋ ਜਾਣ, ਲੋਕਾਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਸੀ ਤੇ ਹੁਣ ਵੀ ਕੁਝ ਨਹੀਂ ਮਿਲਣਾ। ਤੇ ਦੂਜੇ ਪਾਸੇ ਹਲਕੇ ਦਾਖੇ ਦੇ ਕੀਤੇ ਕੰਮਾਂ ਨੂੰ ਲੈ ਕੇ ਉਹ ਜਨਤਾ ਦੇ ਵਿਚਕਾਰ ਜਾਣਗੇ। ਤੇ ਉਹਨਾਂ ਦਾ ਕਹਿਣਾ ਕਿ ਮੁੱਲਾਪੁਰ ਦਾਖਾ ਦੇ ਵਿੱਚ ਕਈ ਲੀਡਰ ਆਏ ਤੇ ਕਈ ਚਲੇ ਗਏ। ਟੈਂਪਰੇਰੀ ਤੌਰ ਤੇ ਇੱਥੇ ਲੀਡਰ ਵੋਟਾਂ ਲੈਣ ਵਾਸਤੇ ਆਉਂਦੇ ਨੇ ਤੇ ਬਾਅਦ 'ਚੋਂ ਨਜ਼ਰ ਨਹੀਂ ਆਉਂਦੇ। ਹੁਣ 2022 ਦੇ ਵਿੱਚ ਦੇਖਣਾ ਕਿ ਜਨਤਾ ਕਿਸ ਦੇ ਹੱਕ ਦੇ ਵਿੱਚ ਫੈਸਲਾ ਕਰਦੀ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵੇਖਟਾਲ, दैनिक सवेरा TV, ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467।